गुड मॉर्निंग स्टूडेंट्स। आप सभी का बालाजी एजुकेशन पॉइंट में हार्दिक स्वागत है। स्टूडेंट्स, आज हमारा जो विषय रहेगा वो रहेगा हिंदी मास्टर कैडर को लेकर। ठीक है, बालाजी एजुकेशन पॉइंट में हिंदी मास्टर कैडर का जो बैच हम शुरू करने जा रहे हैं। ठीक है, पहली बात तो यह है कि हिंदी मास्टर कैडर जो है इसकी तैयारी आपको पता है कि पंजाब में बहुत कम ही स्टूडेंट हैं जिसमें करवाई जाती है। तो बालाजी एजुकेशन पॉइंट में आपका जो है हिंदी मास्टर कैडर का बैच शुरू किया जाएगा। हाँ जी, हिंदी मास्टर कैडर। आपको पता है कि जब स्टार्टिंग में कोई भी व्यक्ति जो है बीएड करता है, ठीक है, तो उसका मकसद ही क्या होता है? एक अध्यापक लगना, एक टीचर लगना। ठीक है, बीएड की डिग्री इसलिए होती है कि कोई व्यक्ति जो है एक अध्यापक लग सके। जो बीएड की डिग्री है वो आपको पता है 6th क्लास से लेकर 8th क्लास तक, 8th या फिर 10th, इस क्लास तक जो है जो है एक अध्यापक लगने के लिए जो है बीएड की जाती है। बीएड होने के बाद आपको पता है दूसरा स्टेप होता है पीएस टेट। पीएस टेट का पेपर आपको सेकंड जो है क्वालिफाई करना पड़ता है। आपको पता है बीएड कंप्लीट होने के बाद आपका पीएस टेट सेकंड जो है वो क्लियर होना चाहिए। देन आपको जो है पंजाब सरकार के द्वारा जो पोस्टें निकाली जाती हैं मास्टर कैडर की, ठीक है जी, मास्टर कैडर, ठीक है जी। पहला स्टॉप जो किसी भी व्यक्ति ने जो कोई भी व्यक्ति है, मैं थोड़ी पंजाबी भी यूज़ करूँगा इस विच क्योंकि पंजाब ਦੇ जो अध्यापक लगन जा रहे हो, ठीक है, तो पंजाबी विच यूज़ करूँगा जी। ठीक है, किसी ने भी पंजाबी ਦਾ ਚਾਹੇ पंजाबी ਦਾ अध्यापक लगना, हिंदी ਦਾ अध्यापक लगना, अंग्रेजी ਦਾ लगना है ना, किसी भी सबजैक्ट ਦਾ अध्यापक लगना, ਤਾਂ ਉਸਨੂੰ बीएड ਕਰਨ ਤੋਂ ਬਾਅਦ पीएस टेट ਜਿਹੜਾ ਸੈਕਿੰਡ ਆ ਉਹ ਕਲੀਅਰ ਕਰਨਾ ਪੈਂਦਾ। ਦੈਨ ਉਸ ਤੋਂ ਬਾਅਦ ਮਾਸਟਰ ਕੇਡਰ ਦੀਆਂ ਵੈਕੈਂਸੀਜ਼ ਆਉਂਦੀਆਂ ਨੇ, ਉਸ ਦੇ ਵਿੱਚ ਜਿਹੜਾ ਬੱਚਾ ਮੈਰਿਟ ਦੇ ਵਿੱਚ ਆਉਂਦਾ ਉਹ ਕੀ ਲੱਗ ਜਾਂਦਾ ਜੀ, ਸਰਕਾਰੀ ਅਧਿਆਪਕ ਲੱਗ ਜਾਂਦਾ ਗਾ ਪੰਜਾਬ ਦੇ ਵਿੱਚ। ਜਿਸ ਵੀ ਸਬਜੈਕਟ ਦੀ ਮੈਰਿਟ ਦੇ ਵਿੱਚ ਉਸਦਾ ਨਾਮ ਆਉਂਦਾ ਜਿਸ ਦੇ ਉੱਪਰ ਉਸਨੇ बीएड ਕਰੀ ਹੈ। ਠੀਕ ਹੈ ਜੀ, ਤਾਂ ਸਟੂਡੈਂਟਸ बीएड ਹੋਣ ਤੋਂ ਬਾਅਦ ਪੀਐਸ ਟੈਟ ਜਿਹੜਾ ਤੁਹਾਡਾ ਸੈਕਿੰਡ ਹੋਣਾ। ਜਿਹੜੇ ਬੱਚਾ ਜਿਵੇਂ ਐਸਸੀ ਬੱਚੇ ਨੇ, ਠੀਕ ਹੈ ਜੀ, ਉਹਨਾਂ ਦਾ ਕੁਆਲੀਫਾਈ ਹੋ ਜਾਂਦਾ 82 ਨੰਬਰ ਦੇ ਨਾਲ। 82 ਨੰਬਰ ਦੇ ਨਾਲ ਐਸਸੀ ਬੱਚਾ ਚਾਹੇ ਬੀਸੀ ਬੱਚਾ, ਠੀਕ ਹੈ ਜੀ, ਉਹਨਾਂ ਦਾ 82 ਨੰਬਰ 'ਤੇ ਕਲੀਅਰ ਹੋ ਜਾਂਦਾ ਪੀਐਸ ਟੈਟ। ਪਰ ਜਿਹੜੇ ਜਰਨਲ ਬੱਚੇ ਆ ਉਹਨਾਂ ਦਾ ਪੀਐਸ ਟੈਟ ਜਿਹੜਾ ਉਹ ਕਿੰਨੇ 'ਤੇ ਕਲੀਅਰ ਮੰਨਿਆ ਜਾਂਦਾ 90 ਨੰਬਰ 'ਤੇ। ਜਿਹੜਾ ਬੱਚਾ 90 ਨੰਬਰ ਲੈ ਗਿਆ ਜਰਨਲ ਬੱਚਾ ਅਤੇ ਐਸਸੀ ਅਤੇ ਬੀਸੀ ਬੱਚੇ 82 ਨੰਬਰ ਲੈ ਕੇ ਉਹਦਾ ਪੀਐਸ ਟੈਟ ਕੁਆਲੀਫਾਈ ਹੋਣ ਤੋਂ ਬਾਅਦ ਪੰਜਾਬ ਸਰਕਾਰ ਦੇ ਦੁਆਰਾ ਮਾਸਟਰ ਕੇਡਰ ਦੀਆਂ ਵੈਕੈਂਸੀਜ਼ ਕੱਢੀਆਂ ਜਾਂਦੀਆਂ ਨੇ। ਠੀਕ ਹੈ, ਅਲੱਗ-ਅਲੱਗ ਸਬਜੈਕਟਾਂ ਨੇ। ਇਹ ਦੇਖੋ ਜੀ ਤੁਹਾਡੀ ਕਿਸਮਤ 'ਤੇ ਵੀ ਡਿਪੈਂਡ ਆ ਵੀ ਪੋਸਟਾਂ ਜੇ ਜ਼ਿਆਦਾ ਆ ਜਾਣ ਤਾਂ ਜ਼ਿਆਦਾ ਬੱਚੇ ਨੇ ਜਿਹੜੇ ਸਰਕਾਰੀ ਅਧਿਆਪਕ ਜਿਹੜੇ ਲੱਗ ਜਾਂਦੇ ਆ ਹੈ ਨਾ ਪੰਜਾਬ ਦੇ ਵਿੱਚ। ਜੋ ਪੰਜਾਬ ਦੇ ਵਿੱਚ ਸਰਕਾਰੀ ਵੈਕੈਂਸੀਜ਼ ਨਿਕਲਦੀਆਂ ਨੇ ਟੀਚਰ ਦੀਆਂ, ਉਹਦੇ ਵਿੱਚ ਸਰਕਾਰੀ ਮਾਸਟਰ ਜਾਂ ਮਿਸਟਰਸ ਨੇ ਜਿਹੜੀਆਂ, ਮਤਲਬ ਕਿ ਮੈਡਮ ਜਿਹਨੂੰ ਆਪਾਂ ਕਹਿੰਦੇ ਹੈ ਨਾ, ਉਹ ਲੱਗ ਜਾਂਦੇ ਆ। ਤਾਂ ਇਹਦੇ ਲਈ ਕੀ ਹੈਗਾ, ਤੁਹਾਨੂੰ ਜਿਵੇਂ ਮੈਂ ਤੁਹਾਨੂੰ ਜਿਹੜਾ ਹਿੰਦੀ ਮਾਸਟਰ ਕੇਡਰ ਕਰਵਾਉਣਾ ਜੀ, ਵਿਸ਼ਾ ਤੁਹਾਡਾ ਹਿੰਦੀ ਮਾਸਟਰ ਕੇਡਰ। ਪਹਿਲਾਂ ਤੁਹਾਨੂੰ ਇਹਦੇ ਵਿੱਚ ਸਿਲੇਬਸ ਦੱਸਿਆ ਜਾਊਗਾ ਵੀ ਸਿਲੇਬਸ ਦੇ ਵਿੱਚ ਕੀ ਕੀ ਚੀਜ਼ਾਂ ਤੁਹਾਨੂੰ ਦਿੱਤੀਆਂ ਹੋਈਆਂ ਨੇ। ਠੀਕ ਹੈ ਜੀ, ਸਿਲੇਬਸ ਜਿਹੜਾ ਬੱਚੇ ਨੇ ਕਿਸੇ ਨੇ ਹਿੰਦੀ ਮਾਸਟਰ ਕੇਡਰ ਦੀ ਤਿਆਰੀ ਕਰਨੀ ਆ ਜਾਂ ਫਿਰ ਕਿਸੇ ਵੀ ਮਾਸਟਰ ਕੇਡਰ ਦੀ ਤਿਆਰੀ ਕਰਨੀ, ਉਹਨੂੰ ਪਹਿਲਾਂ ਸਿਲੇਬਸ ਪਤਾ ਹੋਣਾ ਚਾਹੀਦਾ ਚੰਗੀ ਤਰ੍ਹਾਂ। ਕਿਉਂਕਿ ਸਿਲੇਬਸ ਜਿਹੜਾ ਬੱਚਾ ਚੰਗੀ ਤਰ੍ਹਾਂ ਧਿਆਨ ਨਾਲ ਕਰ ਲੇਗਾ ਤਾਂ ਇਹ ਮੰਨ ਸਕਦੇ ਹੋ ਵੀ ਉਸ ਬੱਚੇ ਦੇ 80% ਜੋ ਹੈ ਚਾਂਸ ਨੇ ਜੀ ਟੀਚਰ ਲੱਗਣ। ਹੁਣ ਤੁਸੀਂ ਕਹੋਗੇ ਸਰ 20% ਕਿੱਧਰ ਚਲੇ ਗਏ? ਠੀਕ ਹੈ ਜੀ, ਦੇਖੋ ਜੀ ਸਿਲੇਬਸ ਕਰ ਲੈਣਾ ਹੀ ਇੱਕ ਜਿਹੜਾ ਹੁੰਦਾ ਵੀ ਆਪਾਂ ਇਹ ਨਹੀਂ ਹੈਗਾ ਵੀ ਕਿਸੇ ਜੋਬ ਨੂੰ ਹਾਸਲ ਕਰ ਲੈਣਾ ਹੁੰਦਾ। ਉਹ ਸਿਲੇਬਸ ਜਿਹੜਾ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਕਵਰ ਕੀਤਾ ਗਾ, ਠੀਕ ਹੈ ਜੀ, ਉਸ ਦੇ ਨਾਲ ਤੁਸੀਂ ਐਕਸਟਰਾ ਕਿਹੜੀ ਮਿਹਨਤ ਕਰੀ ਆ ਉਹ ਵੀ ਤੁਹਾਡੀ ਜਿਹੜੀ ਆ ਕਾਊਂਟ ਕੀਤੀ ਜਾਊਗੀ, ਉਹ ਵੀ ਦੇਖਣੀ ਹੈ ਜੀ। ਦੇਖੋ ਜੀ ਕਹਿੰਦੇ ਜੋ ਹੈ ਇਹ ਪ੍ਰੀक्षा की कठिनाई का स्तर स्नातक रहेगा। ਠੀਕ ਹੈ ਜੀ, ਯਾਨੀ ਕਿ ਤੁਸੀਂ ਇਹ ਸਮਝ ਸਕਦੇ ਹੋ ਵੀ ਜਿਹੜੀ BA ਵਗੈਰਾ ਅਤੇ MA ਦੇ ਵਿੱਚੋਂ ਵੀ ਜਿਹੜਾ ਹਿੰਦੀ ਮਾਸਟਰ ਕੇਡਰ ਦਾ ਜਿਹੜਾ ਲੈਵਲ ਆ ਉਹ ਆ ਸਕਦਾ। ਤੁਸੀਂ ਇਹ ਨਹੀਂ ਸੋਚਣਾ ਵੀ ਹਾਂਜੀ ਅਸੀਂ ਤਾਂ +2 ਤੱਕ ਜਾਂ ਫਿਰ BA ਦੇ ਨੋਰਮਲ ਬੁੱਕਸ ਪੜ੍ਹ ਕੇ ਅਸੀਂ ਮਾਸਟਰ ਕੇਡਰ ਕੁਆਲੀਫਾਈ ਕਰ ਲਾਂਗੇ। ਨਹੀਂ, ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਾਸਟਰ ਲੈਵਲ ਦੀਆਂ ਵੀ ਇਹਦੇ ਵਿੱਚੋਂ ਵੇਖਣ ਨੂੰ ਮਿਲਣਗੀਆਂ ਜੀ।
ਬਹੁਤ ਸਾਰੇ ਬੱਚਿਆਂ ਨੇ MA ਮਾਸਟਰ ਦੀ ਡਿਗਰੀ ਯਾਨੀ ਕਿ ਨਹੀਂ ਕੀਤੀ ਹੁੰਦੀ, ਤਾਂ ਉਹਨਾਂ ਬੱਚੇ ਨੂੰ ਦਿੱਕਤ ਬਹੁਤ ਆਉਂਦੀ ਹੈ। ਠੀਕ ਹੈ, ਖਾਸ ਤੌਰ 'ਤੇ ਹਿੰਦੀ ਦੇ ਵਿਸ਼ੇ ਦੇ ਵਿੱਚ, ਕਿਉਂਕਿ ਹਿੰਦੀ ਦਾ ਵਿਸ਼ਾ ਜਿਹੜਾ ਇਹ ਐਵੇਂ ਨਹੀਂ ਹੈਗਾ ਵੀ ਦੇਖੋ ਜੀ ਆਪਾਂ ਸਿੰਪਲ ਚੀਜ਼ਾਂ ਦੇ ਵਿੱਚ ਪੜ੍ਹ ਲਵਾਂਗੇ ਵੀ ਹਾਂਜੀ ਕੀ ਸਾਹਿਤ ਜਿਹੜਾ ਇਹਦਾ ਸਾਹਿਤ ਕੀ ਰਿਹਾ ਹੈ ਨਾ, ਅਤੇ ਉਸ ਤੋਂ ਬਾਅਦ ਆਪਾਂ ਇਹ ਸਮਝ ਲਾਂ ਵੀ ਕਿਹੜੇ ਕਵੀ ਨੇ ਕਿੰਨੀਆਂ ਰਚਨਾਵਾਂ ਨੇ। ਪਰ ਜਦੋਂ ਇਹ MA ਲੈਵਲ ਮਾਸਟਰ ਲੈਵਲ 'ਤੇ ਚਲਾ ਜਾਂਦਾ, ਉਸ ਦੇ ਵਿੱਚ ਜਿਹੜੀਆਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਉਹ ਐਡ ਹੋ ਜਾਂਦੀਆਂ ਨੇ। ਠੀਕ ਹੈ ਜੀ, ਤਾਂ ਉਹ ਦੱਸਦਾ ਰਹੂੰਗਾ। ਦੇਖੋ ਜੀ ਜਿੰਨੇ ਵੀ ਸਿਲੇਬਸ ਪੂਰਾ ਕਰਵਾਉਣਾ, ਇਹ ਦੇਖੋ ਜੀ ਮੈਂ ਤੁਹਾਨੂੰ ਸਾਰਾ ਸਿਲੇਬਸ ਜਿਹੜਾ ਜਿਸ ਤਰ੍ਹਾਂ ਵੀ ਹੋਊਗਾ ਉਹ ਵਿਦ ਟ੍ਰਿਕ ਵੀ ਕਰਵਾਊਂਗਾ, ਜਿੱਥੇ ਲੋੜ ਪਊਗੀ ਟ੍ਰਿਕਸ ਦੀ ਵੀ ਯੂਜ਼ ਕਰਾਂਗੇ, ਜਿੱਥੇ ਤੁਹਾਨੂੰ ਦੱਸੂਗਾ ਵੀ ਨਾਲ ਨਾਲ। ਦੇਖੋ ਜੀ ਮੈਂ ਖੁਦ ਹਿੰਦੀ ਮਾਸਟਰ ਕੇਡਰ ਜੋ ਕੁਆਲੀਫਾਈ ਹਾਂ, ਤਾਂ ਮੈਨੂੰ ਪਤਾ ਵੀ ਕਿਹੜੀ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਇੰਪੋਰਟੈਂਟ ਨੇ। ਠੀਕ ਹੈ, ਉਹ ਸਾਰੀ ਚੀਜ਼ਾਂ ਕਰਵਾਊਂਗਾ ਜੀ। ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਆਦਿ ਕਾਲ ਵੈ ਮੱਧੇ ਕਾਲ ਇਹਦੇ ਵਿੱਚ ਪੜ੍ਹਾਂਗੇ। ਦੇਖੋ ਜੀ ਸਟਾਰਟਿੰਗ ਇੱਥੇ ਹੀ ਹੁੰਦੀ ਆ, ਕੋਈ ਵੀ ਸਬਜੈਕਟ ਚਾਹੇ ਤੁਸੀਂ ਪੰਜਾਬੀ ਦਾ ਕਰੋ ਚਾਹੇ ਅੰਗਰੇਜ਼ੀ ਦਾ ਕਰੋ, ਠੀਕ ਹੈ ਜੀ, ਚਾਹੇ ਕੋਈ ਵੀ ਸਬਜੈਕਟ ਆ, ਜਦੋਂ ਤੁਸੀਂ ਸ਼ੁਰੂ ਕਰ ਦਿਓਗੇ ਠੀਕ ਹੈ, ਤਾਂ ਮੈਂ ਪੰਜਾਬੀ ਕਰਕੇ ਪਹਿਲਾਂ ਮੈਂ ਦੇਖ ਰਿਹਾ ਸੀ ਵੀ ਹਿੰਦੀ ਮੈਂ ਯੂਜ਼ ਕਰਾਂ ਪ੍ਰੋਪਰ, ਹੈ ਨਾ, ਹਿੰਦੀ ਯੂਜ਼ ਕਰੂੰਗਾ ਪੜ੍ਹਾਉਣ ਦੇ ਸਮੇਂ। ਫਿਲਹਾਲ ਆਪਾਂ ਸਿਲੇਬਸ ਡਿਸਕਸ ਕਰ ਰਹੇ ਹਾਂ, ਕਿਉਂਕਿ ਸਿਲੇਬਸ ਬੱਚੇ ਨੂੰ ਸਮਝ ਆਉਣਾ ਚਾਹੀਦਾ, ਦੈਨ ਉਸ ਤੋਂ ਬਾਅਦ ਪਤਾ ਲੱਗਣਾ ਚਾਹੀਦਾ ਵੀ ਕਿਹੜੀ ਚੀਜ਼ ਦੇ ਵਿੱਚ ਆਪਾਂ ਨੂੰ ਕਰਨ ਵਾਲੀ ਹੈਗੀ ਹੈ, ਕਿਹੜੀ ਚੀਜ਼ ਨਹੀਂ ਹੈਗੀ, ਹੈ ਨਾ। ਆਦਿ ਕਾਲ ਵੈ ਮੱਧੇ ਕਾਲ ਇਹਦੇ ਵਿੱਚ ਇਹ ਪਹਿਲਾ ਟੌਪਿਕ ਆ। ਦੇਖੋ ਜੀ ਆਦਿ ਮਨੁੱਖ ਹੋਇਆ ਜਿਵੇਂ, ਹੈ ਨਾ, ਵੀ ਸਟਾਰਟਿੰਗ ਦੇ ਵਿੱਚ ਮਨੁੱਖ ਜਦੋਂ ਬਣਿਆ ਸੀ, ਉਸੇ ਤਰ੍ਹਾਂ ਵੀ ਹਿੰਦੀ ਸਾਹਿਤ ਜਿਹੜਾ ਉਹਦਾ ਜਨਮ ਕਿਸ ਤਰ੍ਹਾਂ ਹੋਇਆ ਸੀਗਾ, ਹੈ ਨਾ, ਉਸ ਦੇ ਬਾਰੇ ਗੱਲ ਕਰਾਂਗੇ। ਆਦਿ ਕਾਲ ਤੇ ਵੈ ਮੱਧੇ ਕਾਲ ਇਹਦੇ ਵਿੱਚ ਦੇਖੋ ਫਸਟ ਹੈ ਕਹਿੰਦੇ ਹਿੰਦੀ ਸਾਹਿत्य का इतिहास, काल विभाजन, सीमा निर्धारण और नामकरण। ठीक है जी, ਇਹਦੇ ਵਿੱਚ ਦੇਖੋ ਤੁਹਾਨੂੰ ਪਹਿਲਾਂ ਤਾਂ ਜਿਹੜਾ ਆਦਿ ਕਾਲ ਦਾ ਜਿਹੜਾ ਹਿੰਦੀ ਸਾਹਿਤ ਹੈ ਉਹਦਾ ਇਤਿਹਾਸ ਜਾਣਨਾ ਪਊਗਾ ਵੀ ਹਿੰਦੀ ਸਾਹਿਤ ਹੈ ਜਿਹੜਾ ਇਹ ਸਟਾਰਟਿੰਗ ਦੇ ਵਿੱਚ ਕਿਵੇਂ ਚੱਲਿਆ, ਕਿੰਨੀਆਂ ਮਤਲਬ ਕਿ ਜੋ ਭਾਸ਼ਾ ਜਿਹੜੀ ਇਹ ਹਿੰਦੀ ਭਾਸ਼ਾ ਜਿਹੜੀ ਕਿਵੇਂ ਹੌਲੀ ਹੌਲੀ ਜਿਹੜੀ ਵਿਕਾਸ ਕਰਦੀ ਆਈ ਆ। ਪਹਿਲਾਂ ਦੇਖੋ ਪਹਿਲਾਂ ਆਈ ਸੀ ਜੀ ਸੰਸਕ੍ਰਿਤ ਭਾਸ਼ਾ, ਤੁਹਾਨੂੰ ਸਾਰਿਆਂ ਨੂੰ ਪਤਾ। ਸੰਸਕ੍ਰਿਤ ਵੀ ਦੋ ਭਾਗਾਂ ਦੇ ਵਿੱਚ ਵੰਡੀ ਗਈ ਸੀ, ਇੱਕ ਵੈਦਿਕ ਸੰਸਕ੍ਰਿਤ ਸੀ, ਇੱਕ ਲੌਕਿਕ ਸੰਸਕ੍ਰਿਤ ਸੀ। ਇਹ ਦੋ ਭਾਗਾਂ ਦੇ ਵਿੱਚ ਇਹਦਾ ਇਤਿਹਾਸ ਵੰਡਿਆ ਜਾਂਦਾ, ਫਿਰ ਉਸ ਤੋਂ ਬਾਅਦ ਇਹਦਾ ਕਾਲ ਵਿਭਾਜਨ ਕਰਿਆ ਜਾਂਦਾ ਜੀ। ਠੀਕ ਹੈ ਜੀ, ਕਾਲ ਵਿਭਾਜਨ ਕਿਸ ਤਰ੍ਹਾਂ ਹੋਊਗਾ, ਠੀਕ ਹੈ, ਇਹ ਵੀ ਤੁਹਾਨੂੰ ਦੱਸੂਗਾ। ਕਾਲ ਵਿਭਾਜਨ ਅਲੱਗ-ਅਲੱਗ ਕਵੀਆਂ ਨੇ ਆਪਣੇ ਆਪਣੇ ਜਿਹੜਾ ਅਨੁਸਾਰ ਹੈ, ਇਹ ਨਹੀਂ ਹੈਗਾ ਵੀ ਇੱਕ ਤਰ੍ਹਾਂ ਦਾ ਵੀ ਕਾਲ ਇਤਿਹਾਸ ਉਹ ਜਿਹੜਾ ਕਾਲ ਵਿਭਾਜਨ ਕੀਤਾ ਗਿਆ। ਠੀਕ ਹੈ ਜੀ, ਜਿਵੇਂ ਕਾਲ ਵਿਭਾਜਨ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਵੀ ਕਿਸ ਤਰ੍ਹਾਂ ਦਾ ਹੋ ਸਕਦਾ। ਠੀਕ ਹੈ, ਬਾਕੀ ਆਪਾਂ ਡਿਟੇਲ ਦੇ ਵਿੱਚ ਵੀ ਕਰਾਂਗੇ। ਜਿਵੇਂ ਪਹਿਲਾਂ ਆਪਾਂ ਵਰਨ ਅਨੁਕਰਮ ਪੱਧਤੀ, ਹੈ ਨਾ, ਵਰਨ ਅਨੁਕਰਮ ਵਰਨ ਅਨੁਕਰਮ। ਹੁਣ ਦੇਖੋ ਤੁਸੀਂ ਵਰਨ ਦਾ ਮਤਲਬ ਸਾਰੇ ਬੱਚਿਆਂ ਨੂੰ ਪਤਾ ਹੋਊਗਾ, ਚਾਹੇ ਪੰਜਾਬੀ ਦਾ ਚਾਹੇ ਹਿੰਦੀ ਦਾ ਕੋਈ ਬੱਚਾ। ਵਰਨ ਦਾ ਮਤਲਬ ਤੁਹਾਨੂੰ ਪਤਾ ਵੀ ਕੀ ਹੁੰਦਾ ਜੀ, ਇਹਦਾ ਮਤਲਬ ਅਕਸ਼ਰ। ਪੰਜਾਬੀ 'ਚ ਅੱਖਰ ਕਹਿੰਦੇ, ਹਿੰਦੀ 'ਚ ਅਕਸ਼ਰ, ਹੈ ਨਾ। ਵੀ ਇਹ ਪਹਿਲੀ ਪੱਧਤੀ ਹੈ ਜੀ ਕਾਲ ਵਿਭਾਜਨ ਦੀ, ਜਿਹਦੇ ਵਿੱਚ ਮਤਲਬ ਕਿ ਜਿਹੜੇ ਕਵੀ ਨੇ ਮਤਲਬ ਕਿ ਉਹਨਾਂ ਦਾ ਜਿਹੜੀ ਆਪਾਂ ਕਹਿ ਸਕਦੇ ਹਾਂ ਵੀ ਵੰਡ ਹੈਗੀ ਉਹ ਕਾਹਦੇ ਆਧਾਰ 'ਤੇ, ਅੱਖਰਾਂ ਦੇ ਆਧਾਰ 'ਤੇ। ਵੀ ਜਿਵੇਂ ਪਹਿਲਾਂ ਕੱਕਾ ਆਪਾਂ ਜਿਹਨੂੰ ਵੀ ਕੱਕਾ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਹਿੰਦੀ ਵਿੱਚ ਕ ਕਹਿ ਦਿੰਦੇ ਹਾਂ। ਕ ਤੋਂ ਸਟਾਰਟਿੰਗ ਹੁੰਦੀ ਆ। ਕ ਦੇ ਵਿੱਚ ਵੀ ਪਹਿਲਾ ਕਵੀ ਜਿਵੇਂ ਆਪਾਂ ਕਬੀਰ ਲੈ ਲਏ ਜੀ, ਹੈ ਨਾ, ਕੇਸ਼ਵ ਦਾਸ, ਇਸ ਤਰ੍ਹਾਂ ਵੀ ਸਾਰੇ ਜਿਹੜੇ ਕਵੀ ਨੇ ਉਹਨਾਂ ਦਾ ਜਿਹੜਾ ਇਤਿਹਾਸ ਹੈ ਅਤੇ ਵਰਣਨ ਹੈ ਉਹ ਕਿਹਦੇ ਅਨੁਸਾਰ ਹੋਊਗਾ ਜੀ, ਉਹ ਵਰਣਨ ਦੇ ਅਕੋਰਡਿੰਗ ਹੋਊਗਾ, ਯਾਨੀ ਕਿ ਕਿਸੇ ਅਕਸ਼ਰ ਦੇ ਅਕੋਰਡਿੰਗ ਹੋਊਗਾ, ਅੱਖਰ ਦੇ ਅਕੋਰਡਿੰਗ, ਹੈ ਨਾ। ਅਲਫਾਬੈਟ ਦੇ ਹਿਸਾਬ ਨਾਲ ਆਪਾਂ ਸਿੱਧਾ ਕਹਿ ਸਕਦੇ ਹਾਂ ਅੰਗਰੇਜ਼ੀ ਦੇ ਵਿੱਚ ਵੀ ਅਲਫਾਬੈਟ ਦੇ ਹਿਸਾਬ ਨਾਲ ਹੋਊਗਾ ਸਾਰਿਆਂ ਦਾ। ਇਸ ਤੋਂ ਬਾਅਦ ਦੇਖੋ ਜੀ ਕਹਿੰਦੇ ਕਾਲ ਵਿਭਾਜਨ, ਫਿਰ ਸੀਮਾ ਵੀ ਕਿੱਥੋਂ ਲੈ ਕੇ ਕਿੱਥੇ ਤੱਕ ਇਤਿਹਾਸ ਚੱਲਿਆ, ਟਾਈਮ ਪੀਰੀਅਡ ਵੀ ਆਦਿ ਕਾਲ ਇੰਨੇ ਤੱਕ ਸੀਗਾ। ਠੀਕ ਹੈ, ਉਸ ਤੋਂ ਬਾਅਦ ਮੱਧੇ ਕਾਲ ਇੰਨੇ ਤੱਕ ਸੀਗਾ, ਉਹ ਸਾਰੇ ਆਪਾਂ ਪੜ੍ਹਾਂਗੇ, ਹੈ ਨਾ। ਇਸ ਤੋਂ ਬਾਅਦ ਨਿਰਧਾਰਨ ਨਾਮਕਰਨ, ਵੀ ਕਿਹੜੇ ਕਵੀ ਨੇ ਕੀ ਨਾਮ ਦਿੱਤਾ, ਹੈ ਨਾ, ਅਤੇ ਵੀ ਕਿਹੜੇ ਕਿਹੜੇ ਕਵੀਆਂ ਨੇ ਇਸ ਨੂੰ ਕਿਹੜੇ ਨਾਮ, ਉਹ ਸਾਰੀ ਚੀਜ਼ਾਂ ਤੁਹਾਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਦੱਸੂਗਾ। ਠੀਕ ਹੈ, ਫਿਲਹਾਲ ਆਪਾਂ ਪਹਿਲਾਂ ਮੋਟਾ ਤੁਹਾਨੂੰ ਦੱਸ ਦਿਓ ਵੀ ਨਾਮਕਰਨ ਵੀ ਕਿਹੜੇ ਕਵੀ ਨੇ, ਜਿਵੇਂ ਜੀ ਰਾਮਚੰਦਰ ਸ਼ੁਕਲ ਨੇ ਕੀ ਨਾਮ ਦਿੱਤਾ, ਹਜ਼ਾਰੀ ਪ੍ਰਸਾਦ ਦਵਿਵੇਦੀ ਨੇ ਕੀ, ਅਤੇ ਮਹਾਵੀਰ ਪ੍ਰਸਾਦ ਦਵਿਵੇਦੀ ਨੇ, ਜਿਵੇਂ ਮਹਾਵੀਰ ਪ੍ਰਸਾਦ ਦਵਿਵੇਦੀ ਨੇ ਬੀਜ ਵਪਨ ਕਾਲ ਦਿੱਤਾ, ਹੈ ਨਾ, ਅਤੇ ਆਦਿ ਕਾਲ ਜਿਵੇਂ ਹਜ਼ਾਰੀ ਪ੍ਰਸਾਦ ਦਵਿਵੇਦੀ ਨੇ ਦਿੱਤਾ ਗਾ, ਹੈ ਨਾ। ਇਸ ਤਰ੍ਹਾਂ ਦੇ ਆਪਾਂ ਗੱਲਾਂ ਸਾਰੀਆਂ ਕਰਾਂਗੇ ਜੀ। ਅੱਗੇ ਆ ਜੀ ਕਹਿੰਦੇ ਆਦਿ ਕਾਲ ਕੀ ਪ੍ਰਿਸ਼ਠਭੂਮੀ। ਠੀਕ ਹੈ ਵੀ, ਆਦਿ ਕਾਲ ਦੀ ਪ੍ਰਿਸ਼ਠਭੂਮੀ ਆਪਾਂ ਪੜ੍ਹਾਂਗੇ ਵੀ ਕਿਸ ਤਰ੍ਹਾਂ ਇਹਦਾ ਜਿਹੜਾ ਪ੍ਰਿਸ਼ਠਭੂਮੀ ਤਿਆਰ ਹੋਈ ਸੀ ਆਦਿ ਕਾਲ ਦੀ, ਹੈ ਨਾ, ਕਿਹੜੇ ਕਿਹੜੇ ਕਵੀਆਂ ਨੇ ਸਾਹਿਤ ਦੇ ਵਿੱਚ ਉਸ ਸਮੇਂ ਯੋਗਦਾਨ ਦਿੱਤਾ ਸੀ। ਵਿਦਿਆਪਤੀ ਹੋਊਗਾ ਜਿਵੇਂ, ਹੈ ਨਾ, ਅਤੇ ਅਮੀਰ ਖੁਸਰੋ ਹੋਊਗੀ। ਅਮੀਰ ਖੁਸਰੋ ਜਿਵੇਂ ਤੁਸੀਂ ਨਾਮ ਸੁਣਿਆ ਹੋਊਗਾ ਵੀ ਜਿਹੜੇ ਮੁਕੇਰੀਆਂ ਅਤੇ ਹੈ ਨਾ ਮੁਹਾਵਰਿਆਂ ਲਈ ਪ੍ਰਸਿੱਧ ਨੇ, ਉਹਨਾਂ ਨੇ ਪ੍ਰਿਸ਼ਠਭੂਮੀ ਕਿਸ ਤਰ੍ਹਾਂ ਤਿਆਰ ਕਰੀ ਸੀ, ਕਿਹੜੇ ਕਿਹੜੀਆਂ ਪ੍ਰਸਥਿਤੀਆਂ ਸੀ ਉਸ ਸਮੇਂ, ਹੈ ਨਾ, ਕਿਹੜੇ ਕਿਹੜੇ ਪ੍ਰਵਿਰਤੀਆਂ ਸੀ ਉਸ ਸਮੇਂ, ਵੀ
ਜਿਹੜੀ ਜਿਸ ਦੇ ਆਧਾਰ 'ਤੇ ਜਿਹੜੇ ਕਵੀ ਸੀ ਉਹ ਰਚਨਾਵਾਂ ਲਿਖਦੇ ਸੀ। ਇਸ ਤੋਂ ਬਾਅਦ ਸਿੱਧ ਔਰ ਨਾਥ, ਠੀਕ ਹੈ। ਸਿੱਧ ਔਰ ਨਾਥ ਇਹਨਾਂ ਦਾ ਸਾਹਿਤ ਆ ਵੀ ਕਿੰਨੇ ਸਿੱਧ ਹੋਏ ਨੇ। ਦੇਖੋ ਜੀ ਹਰ ਇੱਕ ਐਗਜ਼ਾਮ ਦੇ ਵਿੱਚ ਆਦਿ ਕਾਲ ਦੇ ਵਿੱਚੋਂ ਪ੍ਰਸ਼ਨ ਆਉਣਾ, ਮਤਲਬ ਇਹ ਲਾ ਲਓ ਆਦਿ ਕਾਲ ਦੇ ਵਿੱਚ ਪ੍ਰਸ਼ਨ ਜ਼ਰੂਰ ਆਉਂਦਾ ਜੀ। ਸਿੱਧ ਔਰ ਨਾਥ ਸਾਹਿਤ ਇਹਦੇ ਵਿੱਚੋਂ ਵੀ ਆਉਂਦਾ। ਦੇਖੋ ਸਿੰਪਲ ਇਹ ਪੁੱਛ ਲੈਂਦਾ ਵੀ ਸਿੱਧ ਕਿੰਨੇ ਸੀਗੇ, ਠੀਕ ਹੈ ਜੀ। ਇਹ ਸਾਰੇ ਡਿਟੇਲ ਦੇ ਵਿੱਚ ਦੱਸੂਗਾ ਵੀ ਕਿਹੜੇ ਸਿੱਧ ਨੇ ਕਿਸ ਤਰ੍ਹਾਂ ਦੀ ਰਚਨਾ ਕਰੀ, ਕਿਹੜੇ ਟਾਈਮ ਪੀਰੀਅਡ ਦੇ ਵਿੱਚ ਰਿਹਾ। 84 ਸਿੱਧ ਹੋਏ ਨੇ ਜੀ, 9 ਨਾਥ ਹੋਏ ਨੇ, ਹੈ ਨਾ। ਇਹ ਆਪਾਂ ਪੜਾਂਗੇ ਜੀ ਸਾਰਾ ਉਹਨਾਂ ਨੇ ਕਿਹੜੇ ਟਾਈਮ ਪੀਰੀਅਡ ਦੇ ਵਿੱਚ ਰਿਹਾ, ਕਿਹਨੇ ਕੀ ਲਿਖਿਆ। ਇਸ ਤੋਂ ਬਾਅਦ ਕਹਿੰਦੇ ਰਾਸੋ ਕਾਵੇ ਜੈਨ ਸਾਹਿਤ, ਠੀਕ ਹੈ ਜੀ। ਰਾਸੋ ਸਾਹਿਤ ਪੜ੍ਹਨਾ ਆਪਾਂ ਨੇ ਸਾਰਾ, ਹੈ ਨਾ ਜੀ। ਜਿਵੇਂ ਪ੍ਰਿਥਵੀ ਰਾਸੋ, ਪਰਮਾਲ ਰਾਸੋ, ਇਹ ਸਾਰੀ ਚੀਜ਼ਾਂ ਆਪਾਂ ਜੋ ਬੀਸਲਦੇਵ ਰਾਸੋ, ਉਹ ਸਾਰੇ ਰਾਸੋ ਆਪਾਂ ਪੜਾਂਗੇ। ਇਸ ਤੋਂ ਬਾਅਦ ਜੈਨ ਸਾਹਿਤ ਵੀ, ਜੈਨ ਸਾਹਿਤ ਨੇ ਵੀ ਯੋਗਦਾਨ ਦਿੱਤਾ ਜੀ ਹਿੰਦੀ ਸਾਹਿਤ ਦੇ ਵਿੱਚ। ਅਪਭ੍ਰੰਸ਼ ਭਾਸ਼ਾ ਜਿਹੜੀ ਭਾਸ਼ਾ ਗਈ ਉਸ ਦਾ ਪ੍ਰਯੋਗ ਕੀਤਾ ਇਹਨਾਂ ਨੇ, ਹੈ ਨਾ। ਜੈਨ ਸਾਹਿਤ ਦੇ ਵਿੱਚ ਜਿਵੇਂ ਸਵੈੰਭੂ ਹੋ ਗਿਆ, ਪੁਸ਼ਪਦੰਤ ਹੋ ਗਿਆ, ਇਹ ਸਾਰੇ ਕਵੀ ਆਪਾਂ ਚੰਗੀ ਤਰ੍ਹਾਂ ਪੜਾਂਗੇ, ਹੈ ਨਾ। ਇਸ ਤੋਂ ਬਾਅਦ ਕਹਿੰਦੇ ਆਦਿ ਕਾਲ ਕੀ ਪ੍ਰਮੁੱਖ ਪ੍ਰਸਥਿਤੀਆਂ। ਦੇਖੋ ਜੀ ਮੈਂ ਉੱਪਰ ਵੀ ਕਹਿਤਾ ਸੀ ਪ੍ਰਿਸ਼ਠਭੂਮੀ ਕਿਵੇਂ ਤਿਆਰ ਹੋਈ ਸੀ, ਹੋਈ ਚੀਜ਼ਾਂ ਅਤੇ ਪ੍ਰਵਿਰਤੀਆਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਆ ਜਾਣਗੀਆਂ। ਅਗਲਾ ਕਹਿੰਦੇ ਭਗਤੀ ਕਾਲ ਕੀ ਪ੍ਰਸਥਿਤੀਆਂ, ਪ੍ਰਵਿਰਤੀਆਂ ਔਰ ਵਿਭਿੰਨ ਕਾव्य ਧਾਰਾएं, ਠੀਕ ਹੈ ਜੀ। ਇਸ ਤੋਂ ਬਾਅਦ ਦੇਖੋ ਆਦਿ ਕਾਲ ਤੋਂ ਬਾਅਦ ਕੀ ਆਉਂਦਾ ਜੀ, ਭਗਤੀ ਕਾਲ ਆਉਂਦਾ, ਠੀਕ ਹੈ ਜੀ। ਭਗਤੀ ਕਾਲ ਦੇ ਵਿੱਚ ਭਗਤੀ ਕਾਲ ਦੀਆਂ ਕੀ ਜੀ ਪ੍ਰਸਥਿਤੀਆਂ, ਪ੍ਰਵਿਰਤੀਆਂ ਵੀ ਕਿਸ ਸਮੇਂ ਜਿਹੜੇ ਉਸ ਲੋਕਾਂ ਦੀ ਸਮਾਜਿਕ ਹਾਲਾਤ ਕਹੇ ਜਿਹੇ ਸੀ, ਰਾਜਨੀਤਿਕ ਹਾਲਾਤ ਕਹੇ ਜਿਹੇ ਸੀ, ਹੈ ਨਾ। ਉਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਐਕਸਪਲੇਨ ਕਰਾਂਗੇ। ਅਤੇ ਉਦੋਂ ਕਿਸ ਤਰ੍ਹਾਂ ਦੇ ਮਤਲਬ ਕਿ ਕਾव्य ਲਿਖੇ ਗਏ ਸਾਰੇ, ਮਤਲਬ ਕਿ ਇਹਦੇ ਵਿੱਚ ਜਿੰਨੇ ਵੀ ਇਹ 2 ਭਾਗਾਂ ਦੇ ਵਿੱਚ ਵੰਡਿਆ ਜਾਂਦਾ ਜੀ। ਭਗਤੀ ਕਾਲ ਵੀ ਤੁਹਾਨੂੰ ਪਤਾ ਹੋਊਗਾ, ਇੱਕ ਸੰਤ ਕਾव्य ਹੁੰਦਾ ਜੀ, ਇੱਕ ਸੂਫੀ, ਇੱਕ ਤਾਂ ਦੇਖੋ ਜੀ ਸਗੁਣ, ਹੈ ਨਾ। ਇੱਕ ਤਾਂ ਸਗੁਣ ਦੇ ਵਿੱਚ ਲੈ ਜਾਂਦੇ ਆ ਜੀ, ਇੱਕ ਨਿਰਗੁਣ ਦੇ ਵਿੱਚ, ਹੈ ਨਾ। ਇਹ ਵੀ ਇਹਦੇ ਭਾਗ ਕਿਹੜੇ ਕਵੀਆਂ ਨੇ ਵੰਡੇ ਉਹ ਸਾਰੇ ਦੱਸੂਗਾ। ਸਗੁਣ ਦੇ ਵਿੱਚ ਤਾਂ ਉਹ ਆ ਜਿਹੜੇ ਪਰਮਾਤਮਾ ਨੂੰ ਇਹ ਮੰਨਦੇ ਵੀ ਇਹਦਾ ਰੂਪ ਹੈਗਾ ਕਿਸੇ ਅਵਤਾਰ ਦੇ ਵਿੱਚ, ਜਿਵੇਂ ਸ੍ਰੀ ਕ੍ਰਿਸ਼ਨ ਜੀ ਹੋ ਗਏ, ਰਾਮਚੰਦਰ ਜੀ ਹੋ ਗਏ। ਪਰ ਨਿਰਗੁਣ ਉਹ ਮੰਨਦੇ ਸੀਗੇ ਵੀ ਜਿਹੜੇ ਕਹਿੰਦੇ ਵੀ ਪਰਮਾਤਮਾ ਦਾ ਕੋਈ ਰੂਪ ਨਹੀਂ ਹੁੰਦਾ ਹੈਗਾ। ਜਿਸ ਤਰ੍ਹਾਂ ਜਿੰਨੇ ਵੀ ਸੰਤ ਹੋ ਗਏ, ਜਿਵੇਂ ਗੁਰੂ ਨਾਨਕ ਦੇਵ ਜੀ ਹੋ ਗਏ, ਸੰਤ ਕਬੀਰ ਜੀ ਹੋ ਗਏ, ਹੈ ਨਾ। ਇਹ ਸਾਰੇ ਹੋ ਗਏ ਜੀ, ਇਹ ਤੁਹਾਨੂੰ ਕਰੂੰਗਾ। ਸੰਤ ਕਾव्य ਦੇਖੋ ਤੁਹਾਨੂੰ ਦੱਸਿਆ ਪਿਆ, ਸੰਤ ਕਾव्य ਦੇ ਇਸ ਤੋਂ ਇਲਾਵਾ ਸੂਫੀ ਕਾव्य, ਠੀਕ ਹੈ ਜੀ। ਜਿਸ ਤਰ੍ਹਾਂ ਪੰਜਾਬੀ ਦੇ ਵਿੱਚ ਬਾਬਾ ਫਰੀਦ ਜੀ ਉਹਨਾਂ ਨੇ ਮਤਲਬ ਕਿ ਸੂਫੀ ਕਾव्य ਲਿਖਿਆ ਸੀ, ਹੈ ਨਾ। ਸੂਫੀ ਕਾव्य ਦੀ ਸ਼ੁਰੂਆਤ ਕਰੀ ਸੀ। ਇਸੇ ਤਰ੍ਹਾਂ ਹਿੰਦੀ ਦੇ ਵਿੱਚ ਵੀ ਸੂਫੀ ਕਾव्य ਜਿਹਦੇ ਵਿੱਚ ਜੈਸੀ ਆ ਜਿਹੜਾ ਉਹ ਪਦਮਾਵਤ ਲਿਖਦਾ, ਠੀਕ ਹੈ। ਉੱਥੋਂ ਸ਼ੁਰੂਆਤ ਮੰਨੀ ਜਾਂਦੀ ਹੈ ਵੀ ਸੂਫੀ ਕਾव्य ਦੇ ਜਿਹੜੇ ਪ੍ਰਵਰਤਕ ਨੇ ਉਹ ਜੈਸੀ ਨੂੰ ਮੰਨਿਆ ਜਾਂਦਾ। ਸੰਤ ਕਾव्य ਦੇ ਪ੍ਰਵਰਤਕ ਮੰਨਿਆ ਜਾਂਦਾ। ਕਈ ਜੋ ਹੈ ਸੰਤ ਕਬੀਰ ਜੀ ਨੂੰ ਵੀ ਕਹਿ ਦਿੰਦੇ ਆ, ਹੈ ਨਾ। ਤਾਂ ਹਾਂਜੀ, ਤਾਂ ਇਹ ਆਪਾਂ ਅਲੱਗ-ਅਲੱਗ ਦੇਖੋ ਜੀ, ਅਲੱਗ-ਅਲੱਗ ਰਾਈਟਰ ਨੇ ਜਿਹੜੇ ਅਲੱਗ-ਅਲੱਗ ਆਪਣੇ ਅਕੋਰਡਿੰਗ ਦੱਸਦੇ ਵੀ ਸੰਤ ਕਾव्य ਦੇ ਪ੍ਰਵਰਤਕ ਇਹ ਨੇ, ਠੀਕ ਹੈ ਜੀ। ਅਤੇ ਇਸਦੇ ਇਹ ਨੇ, ਪਰ ਮੈਂ ਤੁਹਾਨੂੰ ਸਾਰੇ ਦੱਸੂੰਗਾ ਵੀ ਕਿਹੜਾ ਕਵੀ ਕਹਿੰਦਾ ਵੀ ਕਿਹੜੇ ਦਾ ਜਿਹੜਾ ਜੋ ਸਰਬ ਪ੍ਰਮਾਣਿਕ ਹੈ ਵੀ ਜਿਹੜਾ ਐਗਜ਼ਾਮ ਦੇ ਵਿੱਚ ਸਹੀ ਰਹੂਗਾ। ਇਸ ਤੋਂ ਬਾਅਦ ਰਾਮ ਕਾव्य ਆ ਗਿਆ, ਠੀਕ ਹੈ ਜੀ। ਰਾਮ ਕਾव्य ਮਤਲਬ ਕਿ ਜਿਸ ਦੇ ਵਿੱਚ ਜਿਹੜੇ ਰਾਮ ਭਗਤ ਨੇ, ਹਨ ਜਿੰਨੇ ਵੀ, ਜਿਵੇਂ ਜਿਸ ਤਰ੍ਹਾਂ ਤੁਲਸੀਦਾਸ ਜੀ ਨੂੰ ਰਾਮ ਕਾव्य ਦਾ ਪ੍ਰਵਰਤਕ ਮੰਨਿਆ ਜਾਂਦਾ। ਉਹਨਾਂ ਨੇ ਜੋ ਹੈ ਤੁਲਸੀਦਾਸ ਜੀ ਨੇ, ਹੈ ਨਾ, ਰਾਮਚਰਿਤ ਮਾਨਸ ਲਿਖਿਆ ਸੀ, ਉਸ ਦੇ ਵਿੱਚ ਸਾਰਾ, ਠੀਕ ਹੈ। ਜਿੰਨੇ ਵੀ ਰਾਮ ਕਾव्य ਦੇ ਵਿੱਚ ਕਵੀ ਹੋਣਗੇ ਉਹ ਸਾਰੇ ਕਰਾਂਗੇ। ਫਿਰ ਕ੍ਰਿਸ਼ਨ ਕਾव्य ਜਿਸ ਦੇ ਪ੍ਰਵਰਤਕ ਇਹ ਕਹਿ ਸਕਦੇ ਵੀ ਕੌਣ ਨੇ, ਕਿ ਉਹਨਾਂ ਨੂੰ ਮੰਨਿਆ ਜਾਂਦੇ ਸੂਰਦਾਸ ਨੂੰ, ਕਿਉਂਕਿ ਜਿਸ ਤਰ੍ਹਾਂ ਕਹਿੰਦੇ ਕ੍ਰਿਸ਼ਨ ਕਾव्य ਦੇ ਵਿੱਚ ਸੂਰਦਾਸ ਨੇ, ਇਸ ਤਰ੍ਹਾਂ ਰਾਮ ਕਾव्य ਦੇ ਵਿੱਚ ਕੌਣ ਨੇ, ਤੁਲਸੀਦਾਸ ਨੇ। ਇਹਨਾਂ ਦੇ ਸਾਰੇ ਆਪਾਂ ਪ੍ਰਮੁੱਖ ਕਵੀ ਪੜਾਂਗੇ ਅਤੇ ਉਨਕਾ ਯੋਗਦਾਨ ਕੀ ਰਿਹਾਗਾ ਹਿੰਦੀ ਦੇ ਵਿੱਚ, ਚਾਹੇ ਉਹ ਕ੍ਰਿਸ਼ਨ ਕਾव्य ਦੇ ਉੱਪਰ ਹੋਵੇ ਜਾਂ ਫਿਰ ਮਤਲਬ ਕਿ ਰਾਮ ਕਾव्य ਹੋਵੇ, ਚਾਹੇ ਸੂਫੀ ਕਾव्य ਹੋਵੇ, ਚਾਹੇ ਸੰਤ ਕਾव्य ਹੋਵੇ, ਠੀਕ ਹੈ। ਅੱਗੇ ਗੱਲ ਕਰਦੇ ਹਾਂ ਜੀ ਰੀਤੀ ਕਾਲ। ਅਗਲਾ ਕਹਿੰਦੇ ਰੀਤੀ ਕਾਲ ਦੇ ਵਿੱਚ, ਰੀਤੀ ਕਾਲ ਦਾ ਨਾਮ ਕਿਵੇਂ ਪਿਆ ਜੀ, ਇਹਦਾ ਨਾਮਕਰਨ ਵਿਭਿੰਨ ਧਾਰਾएं ਵੀ ਕੀ ਧਾਰਾएं ਉਦੋਂ ਰਹੀਆਂ, ਠੀਕ ਹੈ ਜੀ। ਅਤੇ ਪ੍ਰਸਥਿਤੀਆਂ, ਪ੍ਰਵਿਰਤੀਆਂ ਮਤਲਬ ਕਿ ਨਾਮਕਰਨ ਵੀ ਕਿੰਨੇ ਭਾਗਾਂ ਦੇ ਵਿੱਚ ਇਸ ਨੂੰ ਵੰਡਿਆ ਗਿਆ। ਰੀਤੀ ਕਾਲ ਨੂੰ ਕਿਹੜੇ ਕਵੀ ਨੇ ਜਿਸ ਦੇ ਕਾਰਨ ਮਤਲਬ ਕਿ ਰੀਤੀ ਕਾਲ ਆ ਜਿਹੜਾ ਅਲੱਗ-ਅਲੱਗ ਭਾਗਾਂ ਦੇ ਵਿੱਚ ਵੰਡਿਆ ਗਿਆ ਜੀ। ਉਹ ਸਾਰੀਆਂ ਗੱਲਾਂ ਇਹਦੇ ਵਿੱਚ ਆਪਾਂ ਪੜਾਂਗੇ, ਠੀਕ ਹੈ। ਅੱਗੇ ਕਹਿੰਦੇ ਪ੍ਰਮੁੱਖ ਕਵੀ, ਠੀਕ ਹੈ ਜੀ। ਪ੍ਰਮੁੱਖ ਕਵੀ ਜਿਹੜੇ ਇਹ ਲਿਖੇ ਹੋਏ ਨੇ, ਤੁਸੀਂ ਇੱਕ ਚੀਜ਼ ਸਮਝ ਲੈਣਾ ਜਿੰਨੇ ਵੀ ਸਟੂਡੈਂਟ ਸੁਣ ਰਹੇ ਹੋ ਵੀ ਜਿਹੜੇ ਪ੍ਰਮੁੱਖ ਕਵੀ ਨੇ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਕਰਨਾ, ਕਿਉਂਕਿ ਇਹਨਾਂ ਦੇ ਨਾਲ ਸੰਬੰਧਿਤ ਕੁਐਸਚਨ ਉਹਨਾਂ ਨੇ ਕਈ ਵਾਰੀ ਬਹੁਤ ਡੀਪਲੀ ਵੀ ਪੁੱਛ ਲੈਂਦੇ ਆ, ਕਈ ਵਾਰੀ ਬਿਲਕੁਲ ਆਸਾਨ ਵੀ ਪੁੱਛ ਲੈਂਦੇ ਆ। ਤਾਂ ਆਪਾਂ ਛੱਡਾਂਗੇ ਕੁਛ ਨਹੀਂ, ਜਿਹੜਾ ਮੈਂ ਤੁਹਾਨੂੰ ਕਿਹਾ ਵੀ ਮੈਂ ਤੁਹਾਨੂੰ ਸਿਲੇਬਸ ਦੇ ਵਾਈਜ਼ ਸਾਰੀ ਚੀਜ਼ ਹੈ ਨਾ ਕਰਵਾਉਂਦਾ ਰਹੂੰਗਾ। ਤਾਂ ਉਹ ਕਰਵਾਊਂਗਾ ਇਸ ਤਰ੍ਹਾਂ ਵੀ ਵਿਦ ਟ੍ਰਿਕ ਵੀ ਜਿੱਥੇ ਲੋੜ ਪਊਗੀ ਉਹ ਯੂਜ਼ ਕਰੂੰਗਾ, ਹੈ ਨਾ। ਦੇਖੋ ਜੀ ਚੰਦ ਬਰਦਾਈ, ਇਹਨਾਂ ਬਾਰੇ ਇਹਨਾਂ ਦਾ ਜੀਵਨ ਵੀ ਆਪਾਂ ਨੂੰ ਪੜ੍ਹਨਾ ਪਊਗਾ ਸਾਰਾ ਚੰਗੀ ਤਰ੍ਹਾਂ। ਕਿਹੜੇ ਰਾਜੇ ਦੇ ਇਹ ਸਮਕਾਲੀਨ ਸੀਗੇ, ਕਿੰਨਾਂ ਦੇ ਦਰਬਾਰ ਦੇ ਵਿੱਚ ਸੀ, ਕਿਹੜੀਆਂ ਨੇ ਰਚਨਾਵਾਂ ਲਿਖੀਆਂ ਨੇ, ਹੈ ਨਾ। ਇਹਦੀ ਵੈਸੇ ਪ੍ਰਸਿੱਧ ਰਚਨਾ ਪ੍ਰਿਥਵੀ ਰਾਸੋ ਹੀ ਆ ਚੰਦ ਬਰਦਾਈ ਦੀ, ਹੈ ਨਾ।
ਪ੍ਰਿਥਵੀਰਾਜ ਚੌਹਾਨ ਦੇ ਮਤਲਬ ਕਿ ਇਹ ਇੱਕ ਆਪਾਂ ਇਹ ਕਹਿ ਸਕਦੇ ਵੀ ਗਹਿਰੇ ਦੋਸਤ ਵੀ ਸੀਗੇ ਅਤੇ ਉਹਨਾਂ ਦੇ ਦਰਬਾਰੀ ਕਵੀ ਵੀ ਰਹੇ ਨੇ ਇਹ। ਉਹਨਾਂ ਨੇ ਮਤਲਬ ਕਿ ਇਹ ਕਹਿੰਦੇ ਵੀ ਇੱਕੋ ਦਿਨ ਇਹ ਜਨਮ ਲਿਆ ਸੀ, ਇਹਨਾਂ ਇੱਕੋ ਦਿਨ ਮਰੀ ਸੀ। ਉਹ ਸਾਰੀ ਚੀਜ਼ਾਂ ਪੜ੍ਹੋਗੇ। ਅੱਗੇ ਅਮੀਰ ਖੁਸਰੋ, ਠੀਕ ਹੈ ਜੀ। ਅਮੀਰ ਖੁਸਰੋ ਵੀ ਇੱਕ ਫੇਮਸ ਕਵੀ ਹੋਏ ਨੇ ਜਿਨ੍ਹਾਂ ਨੇ ਤਬਲੇ ਅਤੇ ਸਿਤਾਰ ਦਾ ਆਵਿਸ਼ਕਾਰ ਕਰਿਆ ਸੀਗਾ, ਠੀਕ ਹੈ ਜੀ। ਇਹ ਮੰਨਿਆ ਜਾਂਦਾ ਤੂਤੇ ਹਿੰਦ ਇਹਨਾਂ ਨੂੰ ਕਿਹਾ ਜਾਂਦਾ, ਆਪਣੇ ਆਪ ਨੂੰ ਇਹ ਹਿੰਦ ਦਾ ਤੋਤਾ ਕਹਿੰਦਾ ਸੀਗਾ, ਅਮੀਰ ਖੁਸਰੋ ਸੀਗਾ। ਇਹਨੇ ਮੁਹਾਵਰੇ ਜੋ ਹੁੰਦੇ ਆ ਉਹਨਾਂ ਦੀ ਕਹਿੰਦੇ ਮੰਨਿਆ ਜਾਂਦਾ, ਅਤੇ ਜਿਹੜੇ ਮੁਕੇਰੀਆਂ ਵਗੈਰਾ ਹੈ ਨਾ ਉਹ ਸਾਰੇ ਜੋ ਪਹੇਲੀਆਂ ਵਗੈਰਾ ਉਹਦੇ ਕਿਹਾ ਜਾਂਦਾ ਵੀ ਮਤਲਬ ਪ੍ਰਵਰਤਕ ਸੀਗੇ। ਅੱਗੇ ਗੱਲ ਕਰਦੇ ਵਿਦਿਆਪਤੀ ਦੇ ਇਹ ਫੇਮਸ ਕਵੀ ਨੇ ਸਾਰੇ, ਚਾਹੇ ਅਮੀਰ ਖੁਸਰੋ ਹੋ ਗਿਆ, ਚੰਦਬਰਦਾਈ ਹੋ ਗਿਆ, ਵਿਦਿਆਪਤੀ ਹੋ ਗਿਆ, ਠੀਕ ਹੈ ਜੀ। ਇਹ ਸਾਰੇ ਨੇ ਕੀ ਨੇ ਰਾਜੇ, ਇਹ ਫੇਮਸ ਕਵੀ ਨੇ ਜੀ। ਹੁਣ ਵਿਦਿਆਪਤੀ ਇਹਨਾਂ ਦੀ ਕੀਰਤੀ ਲਤਾ, ਕੀਰਤੀ ਪਤਾਕਾ, ਪਦਾਵਲੀ ਹੈ ਨਾ, ਇਹਨਾਂ ਦੀ ਇਹ ਕਾਫੀ ਫੇਮਸ ਰਚਨਾਵਾਂ ਨੇ। ਉਹ ਸਾਰੇ ਆਪਾਂ ਪੜ੍ਹਾਂਗੇ ਵੀ ਪਦਾਵਲੀ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਗਾ, ਆਪਣੀ ਵਿਦਿਆਪਤੀ ਕੀ ਪਦਾਵਲੀ। ਔਰ ਉਸ ਤੋਂ ਬਾਅਦ ਕੀਰਤੀ ਲਤਾ, ਕੀਰਤੀ ਪਤਾਕਾ ਉਹਦੇ ਵਿੱਚ ਕੀ ਹੈ ਜੀ। ਇਸ ਤੋਂ ਇਲਾਵਾ ਇਹਨੇ ਸੰਸਕ੍ਰਿਤ ਦੇ ਵਿੱਚ ਵੀ ਕਈ ਰਚਨਾਵਾਂ ਦਿੱਤੀਆਂ ਨੇ, ਉਹ ਵੀ ਆਪਾਂ ਗੱਲ ਕਰ। ਅਗਲੇ ਕਵੀ ਨੇ ਜੀ ਕਬੀਰ ਦੇਖੋ ਜੀ, ਕਬੀਰ ਤੁਹਾਨੂੰ ਪਤਾ ਵੀ ਇਹਨਾਂ ਨੇ ਵੀ ਮਤਲਬ ਕਿ ਇਹ ਸੰਤ ਕਾਵਿ ਦੇ ਵਿੱਚ ਆਉਂਦੇ ਆ ਜੀ, ਕਿ ਜਿਹੜੇ ਕਬੀਰ ਜੀ ਨੇ ਮਤਲਬ ਇਹ ਨਿਰਗੁਣ ਜਿਹੜੇ ਪਰਮਾਤਮਾ ਸੀ ਉਹਨਾਂ ਦੀ ਭਗਤੀ ਕਰਦੇ ਸੀ। ਅਤੇ ਇਹਨਾਂ ਨੇ ਇੱਕ ਇਹ ਕਹਿ ਸਕਦੇ ਸਮਾਜ ਸੁਧਾਰਕ ਵੀ ਸੀ, ਸੰਤ ਹੋਣ ਦੇ ਨਾਲੇ ਸਮਾਜ ਸੁਧਾਰਕ ਵੀ ਸੀ। ਇਹਨਾਂ ਨੇ ਜਿੱਥੇ ਵੀ ਮਤਲਬ ਕਿ ਲੋੜ ਪਈ ਆ ਮਤਲਬ ਕਿ ਬਿਨਾਂ ਝਿਜਕ ਤੋਂ, ਠੀਕ ਹੈ, ਇਹਨਾਂ ਨੇ ਬਿਨਾਂ ਕਿਸੇ ਡਰ ਤੋਂ ਉਸਦਾ ਡਟ ਕੇ ਵਿਰੋਧ ਕੀਤਾ ਅਤੇ ਲਿਖਿਆ ਮਤਲਬ ਕਿ ਹਰ ਇੱਕ ਚੀਜ਼ ਦੇ ਖਿਲਾਫ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਅੱਗੇ ਗੱਲ ਕਰਦੇ ਜੀ ਸੂਰਦਾਸ। ਇਹ ਤੁਹਾਨੂੰ ਦੱਸੀ ਦਿੱਤਾ ਸੀਗਾ, ਉਹਦੇ ਵਿੱਚ ਸੂਰਦਾਸ ਜੀ ਕ੍ਰਿਸ਼ਨ ਕਾਵਿ ਦੇ ਪ੍ਰਵਰਤਕ ਮੰਨੇ ਜਾਂਦੇ ਇਹ, ਹਾਂਜੀ। ਇਹਨਾਂ ਦੀ ਸਾਹਿਤ ਲਹਿਰੇ, ਸੂਰ ਸਾਰਾਵਲੀ, ਉਹ ਸਾਰੇ ਰਚਨਾਵਾਂ ਆਪਾਂ ਪੜ੍ਹਾਂਗੇ। ਅਗਲੇ ਕਵੀ ਨੇ ਜੀ ਤੁਲਸੀਦਾਸ ਨੇ ਜਿਹੜੇ ਇਹ ਕੌਣ ਨੇ ਜੀ, ਤੁਹਾਨੂੰ ਪਤਾ ਸੀ ਵੀ ਰਾਮ ਕਾਵਿ ਦੇ ਪ੍ਰਵਰਤਕ ਨੇ। ਰਾਮਚਰਿਤ ਮਾਨਸ ਇਹਨਾਂ ਦੀ ਪ੍ਰਸਿੱਧ ਰਚਨਾ ਸੀ ਜਿਹਦੇ 7 ਕਾਂਡ ਨੇ। ਉਹ ਸਾਰੀਆਂ ਚੀਜ਼ਾਂ ਕਰਵਾਊਂਗਾ, ਕਿਹੜੇ ਕਾਂਡ ਦੇ ਵਿੱਚ ਕੀ ਲਿਖਿਆ ਹੋਇਆ, ਅਤੇ ਇਸ ਤੋਂ ਇਲਾਵਾ ਇਹਨਾਂ ਦੇ ਬਾਕੀ ਰਚਨਾਵਾਂ ਨੇ ਜਿਹੜੀਆਂ ਉਹ ਵੀ ਤੁਹਾਨੂੰ ਕਰਵਾਊਂਗਾ ਜੀ। ਅੱਗੇ ਜੀ ਰੈਦਾਸ ਜਾਣੀ ਕਿ ਰਵਿਦਾਸ, ਠੀਕ ਹੈ ਜੀ। ਜੋ ਰਵਿਦਾਸ ਗੁਰੂ ਨੇ ਜੀ ਉਹਨਾਂ ਨੂੰ ਹੀ ਰੈਦਾਸ ਕਿਹਾ ਜਾਂਦਾ। ਇਹਨਾਂ ਬਾਰੇ ਵੀ ਆਪਾਂ ਪੜ੍ਹਾਂਗੇ ਵੀ ਇਹਨਾਂ ਦਾ ਕਦੋਂ ਕਿਹੜਾ ਮਤਲਬ ਕਿਸ ਟਾਈਮ ਪੀਰੀਅਡ ਦੇ ਵਿੱਚ ਹੋਏ, ਇਹਨਾਂ ਦੇ ਮਤਲਬ ਕਿ ਗੁਰੂ ਕੌਣ ਸੀ, ਇਹਨਾਂ ਦੇ ਭਗਤ ਚੇਲੇ ਕੌਣ ਸੀਗੇ, ਮਤਲਬ ਕਿ ਜੋ ਇਹਨਾਂ ਦੇ ਅਨੁਯਾਈ ਸੀਗੇ, ਠੀਕ ਹੈ ਜੀ। ਇਸ ਤੋਂ ਬਾਅਦ ਕੇਸ਼ਵ, ਇਹ ਪ੍ਰਸਿੱਧ ਕਵੀ ਰਹੇ ਨੇ ਜੋ ਰੀਤੀ ਕਾਲ ਦੇ। ਜਾਇਸੀ ਬਾਰੇ ਪੜ੍ਹਾਂਗੇ, ਸੂਫੀ ਕਾਵੇ ਦੇ ਵਿੱਚ ਇਹਨਾਂ ਦਾ ਨਾਮ ਚੱਲ ਆਇਆ ਜੀ। ਇਸ ਤੋਂ ਬਾਅਦ ਬਿਹਾਰੀ, ਇਹ ਵੀ ਰੀਤੀ ਕਾਲ ਦੇ ਨੇ। ਰਹੀਮ, ਠੀਕ ਹੈ ਜੀ, ਰਹੀਮ ਨੇ ਜਿਹੜੇ ਰਾਮ ਭਗਤ ਸੀਗੇ, ਇਹਨਾਂ ਨੇ ਵੀ ਲਿਖਿਆ। ਇਸ ਤੋਂ ਬਾਅਦ ਮੀਰਾਬਾਈ ਜੀ, ਠੀਕ ਹੈ ਜੀ। ਮੀਰਾਬਾਈ ਹੀ ਤੁਹਾਨੂੰ ਪਤਾ ਵੀ ਗੁਰੂ ਰਵਿਦਾਸ ਜੀ ਜਾਣੀ ਕਿ ਰੈਦਾਸ ਜੀ ਦੀ ਮਤਲਬ ਕਿ ਇਹਨਾਂ ਦੇ ਗੁਰੂ ਸੀਗੇ। ਰੈਦਾਸ ਜੀ ਜਾਣੀ ਕਿ ਰਵਿਦਾਸ ਜੀ ਮੀਰਾਬਾਈ ਦੇ ਕੀ ਸੀਗੇ, ਗੁਰੂ ਸੀਗੇ। ਕੁਐਸਚਨ ਆਇਆ ਵੀ ਹੋਇਆਗਾ। ਅੱਗੇ ਜੀ ਰਸਖਾਨ, ਠੀਕ ਹੈ ਜੀ। ਰਸਖਾਨ ਵੀ ਕੌਣ, ਇਹ ਰਸਖਾਨ ਨੇ ਜਿਹੜੇ ਕ੍ਰਿਸ਼ਨ ਕਵੀ ਮੰਨੇ ਗਏ ਹੈਗੇ, ਠੀਕ ਹੈ। ਇਹਨਾਂ ਬਾਰੇ ਵੀ ਆਪਾਂ ਪੜ੍ਹਾਂਗੇ। ਦੇਖੋ ਜੀ ਮੀਰਾਬਾਈ ਬਾਰੇ ਵੀ ਮਾਸਟਰ ਕੇਡਰ 'ਚ ਕੁਐਸਚਨ ਆਇਆ ਹੋਇਆ, ਰਸਖਾਨ ਬਾਰੇ ਵੀ ਆਇਆ ਹੋਇਆ ਜੀ, ਠੀਕ ਹੈ ਜੀ। ਰਹੀਮ ਬਾਰੇ ਵੀ ਆਇਆ ਹੋਇਆ ਜੀ, ਜਾਇਸੀ ਬਾਰੇ ਵੀ ਆਇਆ ਹੋਇਆ। ਇਹਨਾਂ ਵਿੱਚੋਂ ਸਾਰਿਆਂ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਜਿਹੜਾ ਉਹ ਜ਼ਰੂਰ ਕੱਢਦੇ। ਹੋ ਸਕਦਾ ਥੋੜ੍ਹਾ ਡੀਪ ਲੈ ਜਾਣ, ਹੋ ਸਕਦਾ ਬਿਲਕੁਲ ਸਿੰਪਲ ਪੁੱਛ ਲੈਣ। ਅੱਗੇ ਗੱਲ ਕਰਦੇ ਹਾਂ ਆਧੁਨਿਕ ਕਾਲ। ਆਧੁਨਿਕ ਕਾਲ ਦੇ ਵਿੱਚ ਆਪਾਂ ਜੇ ਗੱਲ ਕਰੀਏ, ਕਹਿੰਦੇ ਆਧੁਨਿਕ ਕਾਲ ਕੀ ਪ੍ਰਮੁੱਖ ਪਰਿਸਥਿਤੀਆਂ, ਵੀ ਕਿਸ ਤਰ੍ਹਾਂ ਦਾ ਉਹਦਾ ਸਮਾਜਿਕ ਹਾਲਾਤ ਕਹੇ ਜਿਹੇ ਸੀ, ਰਾਜਨੀਤਿਕ ਹਾਲਾਤ ਕਹੇ ਜਿਹੇ ਸੀ, ਹੈ ਨਾ, ਅਤੇ ਆਰਥਿਕ ਹਾਲਾਤ ਕਹੇ ਜਿਹੇ ਸੀ, ਉਹ ਸਾਰੀ ਚੀਜ਼ਾਂ ਪੜ੍ਹਾਂਗੇ। ਪ੍ਰਵਿਰਤੀਆਂ ਕਿਸ ਤਰ੍ਹਾਂ ਦੀ ਉਸ ਸਮੇਂ, ਠੀਕ ਹੈ ਜੀ, ਉਹ ਸਾਰੀਆਂ ਚੀਜ਼ਾਂ ਪੜ੍ਹਾਂਗੇ। ਅਤੇ ਅੱਗੇ ਗੱਲ ਕਰਦੇ ਆ, ਕਹਿੰਦੇ ਅੱਗੇ ਯੁੱਗ ਆਉਂਦੇ ਨੇ ਜੀ। ਭਾਰਤ ਹਿੰਦੂ ਯੁੱਗ ਹੋ ਗਿਆ। ਭਾਰਤ ਹਿੰਦੂ ਯੁੱਗ ਦੇ ਆਪਾਂ ਕਵੀ ਵੀ ਪੜ੍ਹਾਂਗੇ ਵੀ ਕਿਹੜੇ ਕਿਹੜੇ ਭਾਰਤ ਹਿੰਦੂ ਯੁੱਗ ਦੇ ਕਵੀ ਰਹੇ ਨੇ, ਹੈ ਨਾ। ਅਤੇ ਇਸ ਤੋਂ ਬਾਅਦ ਦਵਿੱਦੀ ਯੁੱਗ, ਮਹਾਂਵੀਰ ਪ੍ਰਸਾਦ ਦਵਿੱਦੀ ਜੀ ਦੇ ਨਾਮ 'ਤੇ ਪਿਆ ਜੀ ਦਵਿੱਦੀ ਯੁੱਗ। ਭਾਰਤ ਹਿੰਦੂ ਯੁੱਗ ਅਸੀਂ ਜਿਹੜਾ ਇਹਨੂੰ ਕਹਿ ਸਕਦੇ ਵੀ ਜੋ ਆਧੁਨਿਕ ਹਿੰਦੀ ਦਾ ਸਾਹਿਤ ਜਿਹੜਾ ਸ਼ੁਰੂ ਹੁੰਦਾ, ਕਹਿੰਦੇ ਭਾਰਤ ਹਿੰਦੂ ਯੁੱਗ ਤੋਂ ਹੀ ਸ਼ੁਰੂ ਹੁੰਦਾ ਹੈ। ਇਸ ਤੋਂ ਬਾਅਦ ਦਵਿੱਦੀ ਯੁੱਗ ਆਉਂਦਾ। ਦਵਿੱਦੀ ਮਹਾਂਵੀਰ ਪ੍ਰਸਾਦ ਦਵਿੱਦੀ ਜੀ ਨੇ ਜੋ ਹੈ ਖੜੀ ਬੋਲੀ ਨੂੰ ਜਿਹੜਾ ਉਸ ਦੇ ਵਿੱਚ ਸਾਹਿਤ ਲਿਖਣ ਦੇ ਲਈ ਜਿਹੜੇ ਕਵੀ ਸੀ ਉਹਨਾਂ ਨੂੰ ਪ੍ਰੇਰਿਤ ਕਰਿਆ ਸੀ। ਕਿਉਂਕਿ ਪਹਿਲਾਂ ਕੀ ਸੀਗਾ, ਅਲੱਗ-ਅਲੱਗ ਭਾਸ਼ਾ ਦੀ ਕਵਿਤਾ ਲਿਖਣ ਵਾਸਤੇ ਜਿਹੜੀ ਸੀਗੀ, ਤੁਹਾਨੂੰ ਪਤਾ ਵੀ ਬ੍ਰਿਜ ਭਾਸ਼ਾ ਦਾ ਪ੍ਰਯੋਗ ਕਰਿਆ ਜਾਂਦਾ ਸੀਗਾ, ਅਤੇ ਜਿਹੜੀ ਖੜੀ ਬੋਲੀ ਸੀ ਉਹਦਾ ਪ੍ਰਯੋਗ ਸੀ ਜਿਹੜਾ ਵਾਰਤਕ, ਜਿਵੇਂ ਆਪਾਂ ਕਹਿ ਸਕਦੇ, ਜਿਵੇਂ ਉਹਦੇ ਪ੍ਰਯੋਗ ਕੀਤਾ ਹੁੰਦਾ ਸੀਗਾ ਲੇਖ ਵਗੈਰਾ ਲਿਖਣ ਵਾਸਤੇ, ਜਿਵੇਂ, ਹੈ ਨਾ। ਤਾਂ ਅੱਗੇ ਜੀ ਛਾਇਆਵਾਦ। ਇਸੇ ਤਰ੍ਹਾਂ ਜਿਹੜੇ ਦਵਿੱਦੀ ਯੁੱਗ ਆ, ਮਤਲਬ ਕਿ ਮਹਾਂਵੀਰ ਪ੍ਰਸਾਦ ਦਵਿੱਦੀ ਜੀ ਨੇ ਕਾਫੀ ਜ਼ਿਆਦਾ ਬਦਲਾਵ ਉਸ ਸਮੇਂ ਕਰੇ ਸੀਗੇ। ਅੱਗੇ ਗੱਲ ਕਰਦੇ ਆ ਛਾਇਆਵਾਦ ਯੁੱਗ, ਠੀਕ ਹੈ ਜੀ। ਛਾਇਆਵਾਦ ਦਾ ਮਤਲਬ ਕੀ ਹੁੰਦਾ, ਜਦੋਂ ਰਹੱਸਵਾਦ, ਛਾਇਆਵਾਦ ਨੂੰ ਹੀ ਰਹੱਸਵਾਦ ਕਿਹਾ ਜਾਂਦਾ। ਮਤਲਬ ਇਹਦੇ ਵਿੱਚ ਕੀ ਹੁੰਦਾ ਵੀ ਪਰਮਾਤਮਾ ਜਿਹੜਾ ਉਹ ਇੱਕ ਤਰ੍ਹਾਂ ਰਹੱਸ ਦੇ ਰੂਪ ਦੇ, ਇਹਦੇ ਵਿੱਚ ਆਪਾਂ ਪੜ੍ਹਾਂਗੇ ਜੈ ਸ਼ੰਕਰ ਪ੍ਰਸਾਦ ਬਾਰੇ, ਠੀਕ ਹੈ ਜੀ।
ਮਹਾਦੇਵ ਵਰਮਾ ਬਾਰੇ ਅਤੇ ਨਿਰਾਲਾ ਜੀ ਬਾਰੇ ਪੜ੍ਹਾਂਗੇ। ਠੀਕ ਹੈ, ਉਹਨਾਂ ਕਵੀਆਂ ਬਾਰੇ, ਉਹਨਾਂ ਦੀ ਕੀ ਰਚਨਾਵਾਂ ਨੇ, ਜੀਵਨ ਦੇ ਵਿੱਚ ਕਿਸ ਕਰਕੇ ਉਹ ਫੇਮਸ ਹੋਏ, ਸਾਰੀ ਚੀਜ਼ਾਂ ਪੜ੍ਹਾਂਗੇ। ਇਸ ਤੋਂ ਬਾਅਦ ਹੈ ਜੀ ਪ੍ਰਗਤੀਵਾਦ, ਪ੍ਰਯੋਗਵਾਦ, ਨਈ ਕਵਿਤਾ। ਇਹ ਸੀਕੁਐਂਸ ਬਣਦਾ ਜਾ ਰਿਹਾ ਜੀ। ਦੇਖੋ, ਪਹਿਲਾਂ ਭਾਰਤੇਂਦੂ ਯੁੱਗ ਆਇਆ, ਫਿਰ ਦਵਿਧੀ ਯੁੱਗ ਆਇਆ, ਫਿਰ ਉਸ ਤੋਂ ਬਾਅਦ ਛਾਇਆਵਾਦ ਆਇਆ, ਫਿਰ ਪ੍ਰਗਤੀਵਾਦ ਅਤੇ ਪ੍ਰਯੋਗਵਾਦ, ਉਸ ਤੋਂ ਬਾਅਦ ਕੀ ਆ ਲਾਸਟ ਦੇ ਵਿੱਚ ਨਈ ਕਵਿਤਾ ਆਈ। ਠੀਕ ਹੈ ਜੀ। ਪ੍ਰਗਤੀਵਾਦ ਇਹ ਸਮਝ ਲਓ ਜੀ ਮਾਰਕਸਵਾਦ ਆਪਾਂ ਮਾਰਕਸਵਾਦ ਨਹੀਂ, ਜਿਸ ਤਰ੍ਹਾਂ ਉਹਨੇ ਕਿਹਾ ਸੀਗਾ ਵੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰੀ ਸੀ, ਪ੍ਰਗਤੀਵਾਦ ਵਾਲੇ ਸਾਰੇ ਉਹੀ ਚੀਜ਼ ਕਰਦੇ। ਇਸ ਤੋਂ ਬਾਅਦ ਪ੍ਰਯੋਗਵਾਦ ਸ਼ੁਰੂ ਹੁੰਦਾ ਜੀ, ਜਿਹਦੇ ਵਿੱਚ ਜੋ ਹੈ ਪ੍ਰਗਤੀਵਾਦ ਤੋਂ ਥੋੜ੍ਹਾ ਹਟ ਕੇ ਗੱਲਾਂ ਕਰੀਆਂ ਗਈਆਂ ਨੇ ਪ੍ਰਯੋਗਵਾਦ ਦੇ ਵਿੱਚ, ਉਹਨਾਂ ਬਾਰੇ। ਇਹਨਾਂ ਵਿੱਚ ਪ੍ਰਮੁੱਖ ਸਾਹਿਤਕਾਰ ਕੌਣ ਹੋਏ ਨੇ ਸਾਰੇ ਯੁੱਗਾਂ ਦੇ ਵਿੱਚ, ਉਹਨਾਂ ਦੇ ਰਚਨਾਵਾਂ ਆਪਾਂ ਪੜ੍ਹਾਂਗੇ, ਉਹਨਾਂ ਦੀ ਕੀ ਇਸ ਯੁੱਗ ਦੀਆਂ ਕੀ ਵਿਸ਼ੇਸ਼ਤਾਵਾਂ ਰਹੀਆਂ ਨੇ। ਵਿਸ਼ੇਸ਼ਤਾਵਾਂ ਦੇ ਵਿੱਚੋਂ ਵੀ ਪ੍ਰਸ਼ਨ ਹੁੰਦਾ ਵੀ ਇਸ ਯੁੱਗ ਦੀ ਹੇਠ ਲਿਖੇ ਵਿੱਚੋਂ ਕਿਹੜੀ ਵਿਸ਼ੇਸ਼ਤਾ ਹੈ ਜਾਂ ਇਹਨਾਂ ਵਿੱਚੋਂ ਨਹੀਂ ਹੈ, ਇਸ ਤਰ੍ਹਾਂ ਦੇ ਕੁਐਸਚਨ ਬਣਦੇ ਹੁੰਦੇ ਆ। ਅਗਲਾ ਜੀ ਕਹਿੰਦੇ ਹਿੰਦੀ ਗਦ ਕਾ ਉਦਭਵ ਵੈ ਵਿਕਾਸ, ਵੀ ਹਿੰਦੀ ਜਿਹੜਾ ਗਦ ਯਾਨੀ ਕਿ ਗਦ ਦੇ ਵਿੱਚ ਹੁਣ ਕੀ ਚੀਜ਼ਾਂ ਆਉਣਗੀਆਂ ਜੀ, ਕਹਾਣੀ ਆਊਗੀ, ਉਪਨਿਆਸ ਆਊਗਾ, ਨਾਟਕ ਆਊਗਾ, ਨਿਬੰਧ, ਆਤਮ ਕਥਾ, ਜੀਵਨੀ, ਸੰਸਮਰਨ, ਰੇਖਾ ਚਿੱਤਰ, ਯਾਤਰਾ ਬਿਰਤਾਂਤ, ਡਾਇਰੀ, ਇਹ ਸਾਰੀ ਚੀਜ਼ਾਂ ਆਉਣਗੀਆਂ ਹਿੰਦੀ ਗਦ। ਠੀਕ ਹੈ, ਅਤੇ ਜੇ ਗੱਲ ਕਈ ਬੱਚਿਆਂ ਨੂੰ ਗਦ ਅਤੇ ਪਦ ਦੇ ਵਿੱਚ ਫਰਕ ਨਹੀਂ ਪਤਾ ਹੁੰਦਾ ਵੀ ਗਦ ਕੀ ਚੀਜ਼ ਆ ਅਤੇ ਪਦ ਕੀ ਚੀਜ਼ ਹੈ। ਇਹ ਦੋ ਚੀਜ਼ਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦੀਆਂ। ਠੀਕ ਹੈ ਜੀ। ਤਾਂ ਮੈਂ ਗਦ ਦੱਸ ਦਿੰਦਾ ਜੀ। ਗਦ ਦਾ ਮਤਲਬ ਜਦੋਂ ਆਪਾਂ ਕਹਾਣੀ, ਉਪਨਿਆਸ, ਇਹ ਸਾਰੀ ਚੀਜ਼ਾਂ, ਪਰ ਪਦ ਦਾ ਜੇ ਤੁਹਾਨੂੰ ਪਤਾ ਤਾਂ ਤੁਹਾਨੂੰ ਗਦ ਦਾ ਹੀ ਪਤਾ ਹੀ ਲੱਗ ਜਾਏਗਾ ਜੀ। ਦੇਖੋ, ਪਦ ਦਾ ਮਤਲਬ ਹੁੰਦਾ ਕਵਿਤਾ ਦਾ ਰੂਪ। ਜਦੋਂ ਰਚਨਾਵਾਂ ਸਾਰੀਆਂ ਕਵਿਤਾ ਦੇ ਰੂਪ ਵਿੱਚ ਹੋਣ ਉਹ ਕੀ ਜੀ ਪਦ, ਪਰ ਜੋ ਕਵਿਤਾਵਾਂ ਦੇ ਰੂਪ ਵਿੱਚ ਰਚਨਾਵਾਂ ਨਾ ਹੋਣ ਬਲਕਿ ਇੱਕ ਲੇਖ ਦੀ ਤਰ੍ਹਾਂ ਹੋਣ ਉਹ ਕੀ ਹੋਊਗਾ ਜੀ ਗਦ। ਜਿਵੇਂ ਦੇਖੋ ਜੀ ਕਹਾਣੀਆਂ, ਉਪਨਿਆਸਾਂ, ਨਾਟਕਾਂ, ਨਿਬੰਧਾਂ, ਆਤਮ ਕਥਾ, ਜੀਵਨੀਆਂ, ਠੀਕ ਹੈ, ਵੱਡੀਆਂ ਵੱਡੀਆਂ ਲਾਈਨਾਂ ਦੇ ਵਿੱਚ ਲਿਖਣਾ, ਉਹ ਸਾਰੇ ਕਾਹਦੇ ਵਿੱਚ ਆ ਜਾਂਦੇ ਨੇਗੇ, ਉਹ ਗਦ 'ਚ ਆ ਜਾਂਦੇ। ਅੱਗੇ ਇਸ ਤੋਂ ਬਾਅਦ ਗੱਲ ਕਰਦੇ ਆ ਪ੍ਰਮੁੱਖ ਕਵੀ ਕਿਹੜੇ ਰਹੇ ਨੇਗੇ ਰਹਿਣਗੇ ਇਸ ਦਾ। ਦੇਖੋ ਜੀ ਆਪਾਂ ਇਹਦੇ ਵਿੱਚ ਪਹਿਲਾਂ ਦੇਖੋ, ਇਹਦੇ ਵਿੱਚ ਜਿਹੜੇ ਪ੍ਰਮੁੱਖ ਕਵੀ ਸੀਗੇ ਇਹ ਉੱਪਰਲੇ ਜਿਹੜੇ ਕਾਲ ਸੀਗੇ ਉਹਨਾਂ ਦੇ ਵਿੱਚੋਂ ਸੀਗੇ, ਪਰ ਇਸ ਤੋਂ ਬਾਅਦ ਜਿਹੜਾ ਆਧੁਨਿਕ ਪੀਰੀਅਡ ਸਟਾਰਟ ਹੋ ਜਾਂਦਾ ਆਪਣਾ ਭਾਰਤੇਂਦੂ ਯੁੱਗ ਤੋਂ, ਫਿਰ ਦਵਿਧੀ ਯੁੱਗ ਆਉਂਦਾ, ਫਿਰ ਛਾਇਆਵਾਦ, ਪ੍ਰਗਤੀਵਾਦ, ਪ੍ਰਯੋਗਵਾਦ ਅਤੇ ਨਈ ਕਵਿਤਾ। ਇਹ ਕਰਨ ਤੋਂ ਬਾਅਦ ਜਿਹੜੇ ਇਹਦੇ ਵਿੱਚ ਪ੍ਰਮੁੱਖ ਕਵੀ ਆਏ ਨੇ, ਜਿਹਦੇ ਵਿੱਚ ਭਾਰਤੇਂਦੂ ਹਰੀਸ਼ ਚੰਦਰ, ਇਹਨਾਂ ਨੂੰ ਮਤਲਬ ਕਿ ਨਵ ਜਾਗਰਣ ਕਾਲ ਕਿਹਾ ਜਾਂਦਾ ਭਾਰਤੇਂਦੂ ਯੁੱਗ ਨੂੰ। ਮਹਾਂਵੀਰ ਪ੍ਰਸਾਦ ਦਵਿਧੀ ਜੀ ਦਾ ਫਿਰ ਉਸ ਤੋਂ ਬਾਅਦ ਟਾਈਮ ਪੀਰੀਅਡ ਆਉਂਦਾ, ਤਾਂ ਇਹ ਜਾਗਰਣ ਸੁਧਾਰ ਕਾਲ ਕਿਹਾ ਜਾਂਦਾ ਜੀ। ਮਤਲਬ ਨਵੇਂ ਸੁਧਾਰ ਸੀ ਜਿਹੜੇ ਹਿੰਦੀ ਸਾਹਿਤ ਦੇ ਵਿੱਚ ਇਹਨਾਂ ਨੇ ਕਰੇ ਸੀ। ਇਸ ਤੋਂ ਬਾਅਦ ਅਯੋਧਿਆ ਸਿੰਘ ਉਪਾਧਿਆਏ ਹਰੀਓਧ। ਠੀਕ ਹੈ ਜੀ। ਤਾਂ ਇੱਕ ਚੀਜ਼ ਦਾ ਹੋਰ ਧਿਆਨ ਰੱਖਣਾ ਸਟੂਡੈਂਟ, ਵੀ ਜਦੋਂ ਤੁਸੀਂ ਇਹਨਾਂ ਕਵੀਆਂ ਨੂੰ ਕਰ ਰਹੇ ਹੋ ਤਾਂ ਇਹਨਾਂ ਦੇ ਜਿਹੜੇ ਪਿਛਲੇ ਨਾਮ ਨੇ, ਜਿਵੇਂ ਹਰੀਓਧ ਪੁੱਛ ਲੈਂਦੇ ਵੀ ਹਰੀਓਧ ਕਿਹੜੇ ਕਵੀ ਦਾ ਨਾਮ ਆ ਪੂਰਾ, ਤਾਂ ਅਯੋਧਿਆ ਸਿੰਘ ਉਪਾਧਿਆਏ ਨੇ, ਉਹਨਾਂ ਨੂੰ ਹਰੀਓਧ ਕਿਹਾ ਜਾਂਦਾ। ਅੱਗੇ ਜੀ ਜੈ ਸ਼ੰਕਰ ਪ੍ਰਸਾਦ, ਇਹਨਾਂ ਦੀ ਕਮਾਇਨੀ ਜਿਹੜੀ ਰਚਨਾ ਸੀ ਉਹ ਇਹਨਾਂ ਦਾ ਜੋ, ਠੀਕ ਹੈ ਜੀ, ਮਹਾਕਾਵਿ ਜਿਹੜਾ ਕਾਫੀ ਫੇਮਸ ਹੋਇਆ ਸੀਗਾ, ਤਾਂ 15 ਕਾਂਡ ਸੀ ਉਹਦੇ, ਉਹ ਸਾਰੀਆਂ ਚੀਜ਼ਾਂ ਪੜ੍ਹਾਂਗੇ ਆਪਾਂ ਸਾਰੀਆਂ। ਇਸ ਤੋਂ ਬਾਅਦ ਮਹਾਦੇਵੀ ਵਰਮਾ, ਠੀਕ ਹੈ ਜੀ, ਰਸ਼ਮੀ, ਨੀਰਜਾ, ਇਹ ਰਚਨਾਵਾਂ ਦੇ ਕਾਰਨ ਇਹਨਾਂ ਦਾ ਜਿਹੜਾ ਨਾਮ ਚਮਕਦਾ, ਉਹ ਸਾਰੇ ਆਪਾਂ ਅੱਗੇ ਕਰਾਂਗੇ ਜੀ ਡਿਟੇਲ ਦੇ ਵਿੱਚ। ਮੈਥਿਲੀ ਸ਼ਰਨ ਗੁਪਤ, ਠੀਕ ਹੈ ਜੀ, ਰਾਸ਼ਟਰ ਕਵੀ ਮੰਨੇ ਗਏ ਆ ਕਿਉਂਕਿ ਇਹਨਾਂ ਨੇ ਜੋ ਹੈ ਨਵੀਂ ਜਾਨ ਫੂਕੀ ਸੀਗੀ। ਮਤਲਬ ਕਿ ਇੱਕ ਤਰ੍ਹਾਂ ਇਹ ਕਹਿ ਸਕਦੇ ਵੀ ਹਿੰਦੀ ਦੇ ਵਿੱਚ ਇੱਕ ਤਰ੍ਹਾਂ ਨਵਾਂ ਜੋ ਹੈ ਇੱਕ ਇਹਨਾਂ ਨੇ ਰੂਪ ਪੇਸ਼ ਕਰਿਆ ਸੀਗਾ ਜੀ। ਠੀਕ ਹੈ ਜੀ। ਉਰਮਿਲਾ ਤੁਸੀਂ ਦੇਖਿਆ ਹੋਊਗਾ ਜੀ, ਉਰਮਿਲਾ ਇਹਨਾਂ ਨੇ ਮਤਲਬ ਕਿ ਲਿਖੇ ਸੀਗੇ, ਅਤੇ ਸਾਕੇਤ ਲਿਖੀ ਸੀ, ਸਾਕੇਤ ਦੇ ਵਿੱਚ ਇਹਨਾਂ ਨੇ ਉਰਮਿਲਾ ਦੇ ਜਿਹੜੇ ਦੁੱਖ ਉਸ ਨੂੰ ਬਿਆਨ ਕਰਿਆ ਸੀਗਾ। ਠੀਕ ਹੈ, ਵੀ ਕਿਸ ਤਰ੍ਹਾਂ ਜਿਹੜੇ ਲਕਸ਼ਮਣ ਜੀ ਸੀ ਉਹ ਚਲੇ ਗਏ ਸੀਗੇ ਉਹਨਾਂ ਨੂੰ ਛੱਡ ਕੇ, ਠੀਕ ਹੈ, ਰਾਮਚੰਦਰ ਜੀ ਨਾਲ, ਤਾਂ ਫਿਰ ਉਹਨਾਂ ਤੋਂ ਬਾਅਦ ਉਹ ਕਿਸ ਤਰ੍ਹਾਂ ਉਸਦਾ ਦਰਦ ਸੀ ਜਿਹੜਾ ਉਹ ਬਿਆਨ ਕਰ ਰਿਹਾ ਇਹਨਾਂ ਨੇ ਸਾਕੇਤ ਦੇ ਵਿੱਚ। ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਨਾਮ ਪੁੱਛ ਲੈਂਦੇ ਜੀ ਵੀ ਕਿਹਨਾਂ ਦਾ, ਸੂਰਿਆਕਾਂਤ ਤ੍ਰਿਪਾਠੀ ਦਾ। ਅਤੇ ਇੱਕ ਕਹਿ ਸਕਦੇ ਵੀ ਬਹੁਤ ਜ਼ਿਆਦਾ ਕ੍ਰਾਂਤੀਕਾਰੀ ਵਿਚਾਰਾਂ ਦੇ ਰਹੇ ਨੇਗੇ। ਠੀਕ ਹੈ, ਜੀਵਨ ਦੇ ਵਿੱਚ ਇਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਗਾ, ਤਾਂ ਇਹਦੇ ਰਚਨਾਵਾਂ ਜਾਂ ਇਹਦੇ ਜੀਵਨ ਤੁਸੀਂ ਪੜ੍ਹੋਗੇ ਇੱਕ ਤਰ੍ਹਾਂ ਦਰਦ ਤੁਹਾਡੇ ਅੰਦਰ ਜਿਹੜਾ ਤੁਹਾਨੂੰ ਫੀਲ ਹੋਊਗਾ। ਠੀਕ ਹੈ ਜੀ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਸਪਸ਼ਟ ਕਰੂੰਗਾ। ਇਸ ਤੋਂ ਬਾਅਦ ਸੁਮਿਤਰਾ ਨੰਦਨ ਪੰਤ, ਇਹਨਾਂ ਨੇ ਵੀ ਜੋ ਹੈ ਯੋਗਦਾਨ ਦਿੱਤਾ ਸਾਹਿਤ ਦੇ ਵਿੱਚ ਕਾਫੀ ਜ਼ਿਆਦਾ। ਦੇਖੋ ਜੀ, ਮਹਾਦੇਵੀ ਵਰਮਾ ਹੋਈ, ਸੂਰਿਆਕਾਂਤ ਤ੍ਰਿਪਾਠੀ ਨਿਰਾਲਾ ਹੋਏ, ਸੁਮਿਤਰਾ ਨੰਦਨ ਪੰਤ ਹੋਏ, ਇਹ ਛਾਇਆਵਾਦ ਦੇ ਹੀ ਕਵੀ ਮੰਨੇ ਜਾਂਦੇ ਆ। ਇਸ ਤੋਂ ਬਾਅਦ ਸੁਭੱਦਰਾ ਕੁਮਾਰੀ ਚੌਹਾਨ, ਇਹਨਾਂ ਨੇ ਵੀ ਕਾਫੀ ਫੇਮਸ ਰਚਨਾਵਾਂ ਜੋ ਲਿਖੀਆਂ ਨੇ। ਹਰਿਵੰਸ਼ ਰਾਏ ਬੱਚਨ ਜੋ ਅਮਿਤਾਭ ਬੱਚਨ ਜੀ ਦੇ ਪਿਤਾ ਨੇਗੇ, ਇਹ ਉਹਨਾਂ ਦੀਆਂ ਰਚਨਾਵਾਂ ਵੀ ਨੇ। ਠੀਕ ਹੈ ਜੀ। ਅੱਗੇ ਗੱਲ ਕਰਦੇ ਹਾਂ ਜੀ ਰਾਮਧਾਰੀ ਸਿੰਘ ਦਿਨਕਰ, ਕ੍ਰਾਂਤੀਕਾਰੀ ਇੱਕ ਤਰ੍ਹਾਂ ਇਹ ਕਹਿ ਸਕਦੇ ਵੀ
ਇਹਨਾਂ ਨੂੰ ਜਿਹੜਾ ਅਗਨੀ ਕਵੀ ਵੀ ਆਪਾਂ ਕਹਿ ਸਕਦੇ, ਕਿਉਂਕਿ ਇਹਨਾਂ ਨੇ ਜੋ ਇਹਨਾਂ ਦੀ ਰਚਨਾਵਾਂ ਨੇ ਜਿਹੜੀਆਂ, ਇਹ ਵੀ ਇਸ ਤਰ੍ਹਾਂ ਇਹ ਕਹਿ ਸਕਦੇ ਜਿਸ ਤਰ੍ਹਾਂ ਕਬੀਰ ਜੀ ਲਿਖਦੇ ਸੀਗੇ ਉਸ ਤਰ੍ਹਾਂ ਹੀ ਇਹਨਾਂ ਦੀ ਜਿਹੜੀ ਰਚਨਾਵਾਂ ਸੀ ਉਹ ਰਾਮਧਾਰੀ ਸਿੰਘ ਦਿਨਕਰ ਦੀਆਂ ਸੀ। ਅੱਗੇ ਜੀ ਪ੍ਰਮੁੱਖ ਕਹਾਣੀਕਾਰ ਵੀ ਨੇ ਤੁਹਾਨੂੰ, ਠੀਕ ਹੈ ਜੀ, ਜਿਨ੍ਹਾਂ ਦੀਆਂ ਕਹਾਣੀਆਂ ਦੇਖੋ ਜੀ। ਪਹਿਲਾ ਜੀ ਜੈ ਸ਼ੰਕਰ ਪ੍ਰਸਾਦ, ਜਿਹੜਾ 41 ਕਾਰਡ ਤੋਂ ਪਹਿਲਾਂ 3704 ਦਾ ਮਾਸਟਰ ਕੇਡਰ ਹੋਇਆ ਸੀਗਾ। ਉਸ ਦੇ ਵਿੱਚ ਇਹਨਾਂ ਦੀ ਮਮਤਾ ਕਹਾਣੀ ਪੁੱਛੀ ਗਈ ਸੀ ਜੀ, ਮਮਤਾ ਕਹਾਣੀ, ਠੀਕ ਹੈ ਜੀ। ਤਾਂ ਤੁਸੀਂ ਇਹ ਸਮਝ ਲਓ ਵੀ ਸਿਲੇਬਸ ਦੇ ਵਿੱਚੋਂ ਜਦੋਂ ਜਿਹੜੇ ਬੱਚੇ ਨੇ ਸਿਲੇਬਸ ਚੰਗੀ ਤਰ੍ਹਾਂ ਹੁਣ ਇਹਦੀ ਕਹਾਣੀਆਂ ਨੇ ਜਿਹੜੀਆਂ, ਤੁਹਾਨੂੰ ਇਹ ਨਹੀਂ ਹੈਗਾ ਵੀ 2 4 ਜਾਂ 5 7 ਤੁਸੀਂ ਕਰਕੇ ਜਿਹੜਾ ਤੁਹਾਨੂੰ ਵੀ ਚੱਲ ਜੂਗਾ। ਇਹਨਾਂ ਦੀ ਤੁਹਾਨੂੰ ਕਹਾਣੀਆਂ ਜਿਹੜੀਆਂ ਹਰ ਇੱਕ ਜਿਹੜੀ ਇੰਪੋਰਟੈਂਟ ਆ ਤਾਂ ਖਾਸ ਤੌਰ 'ਤੇ ਤੁਹਾਨੂੰ ਯਾਦ ਹੋਣੀ ਹੀ ਚਾਹੀਦੀ ਆ। ਮਮਤਾ ਕਹਾਣੀ ਦੀ ਕਾਫੀ ਜ਼ਿਆਦਾ ਫੇਮਸ ਰਹੀ ਹੈ ਜੀ ਜੈ ਸ਼ੰਕਰ ਪ੍ਰਸਾਦ ਦੀ। ਤਾਂ ਇਹੀ ਐਗਜ਼ਾਮ ਜਿਹੜਾ 3704 ਦੇ ਵਿੱਚ ਮਾਸਟਰ ਕੇਡਰ ਹੋਇਆ ਸੀ ਉਹਦੇ ਵਿੱਚ ਪੁੱਛਿਆ ਗਿਆ ਸੀ। ਇਸ ਤੋਂ ਮੁਨਸ਼ੀ ਪ੍ਰੇਮਚੰਦ, ਠੀਕ ਹੈ ਜੀ, ਤੁਹਾਨੂੰ ਪਤਾ ਵੀ ਇਹ ਉਪਨਿਆਸਕਾਰ ਵੀ ਮੰਨੇ ਗਿਆ ਪ੍ਰਸਿੱਧ ਹੈ ਨਾ, ਮੁਨਸ਼ੀ ਪ੍ਰੇਮਚੰਦ ਜੀ। ਇਹਨਾਂ ਦੇ ਤਾਂ ਉਪਨਿਆਸ ਇਹ ਲਗਾ ਲਓ ਵੀ ਬਹੁਤ ਜ਼ਿਆਦਾ ਲਿਖੇ ਹੋਏ ਸੀਗੇ, ਹੈ ਨਾ। ਤਾਂ ਇਹਨਾਂ ਨੇ ਕਹਾਣੀਆਂ ਵੀ ਬਹੁਤ ਸਾਰੀਆਂ ਲਿਖੀਆਂ ਸੀ, ਬਹੁਤ ਸਾਰੀਆਂ ਕਹਾਣੀਆਂ ਨੇ, ਠੀਕ ਹੈ। ਉਹ ਸਾਰੀਆਂ ਆਪਾਂ ਜਿਹੜੀਆਂ ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਵੀ ਪੜ੍ਹਨੀਆਂ ਨੇਗੀਆਂ, ਠੀਕ ਹੈ। 300 ਤੋਂ ਜ਼ਿਆਦਾ ਇਹਨਾਂ ਦੀਆਂ ਕਹਾਣੀਆਂ ਨੇ ਵੈਸੇ ਮੁਨਸ਼ੀ ਪ੍ਰੇਮਚੰਦ, ਪਰ ਜਿਹੜੇ ਪ੍ਰਸਿੱਧ ਨਹੀਂ ਆ, ਮਤਲਬ ਇਹ ਲਾ ਲਓ ਵੀ ਸਿਰਫ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਹਿੰਦੀ ਮਾਸਟਰ ਕੇਡਰ ਦੇ ਲੈਵਲ ਦੇ ਅਕੋਰਡਿੰਗ ਇਹ ਚੀਜ਼ਾਂ ਕਰਵਾਊਂਗਾ। ਤੁਹਾਨੂੰ ਜਿਹੜਾ ਨੈਟ ਲੈਵਲ ਦੇ ਆਧਾਰ 'ਤੇ ਜਿਹੜੇ ਫੇਮਸ ਕਈ ਵਾਰੀ ਇਹਦੇ ਰਚਨਾਵਾਂ ਜਿਹੜੀਆਂ ਪੁੱਛੀਆਂ ਜਾਂਦੀਆਂ ਨੇ ਉਸ ਦੇ ਬਾਰੇ ਵੀ ਦੱਸੂਗਾ। ਇਸ ਤੋਂ ਇਲਾਵਾ ਨੈਟ ਤੋਂ ਇਲਾਵਾ ਜਿੱਥੇ ਕਿਤੇ ਵੀ ਇਹਨਾਂ ਦੀ ਫੇਮਸ ਰਚਨਾ ਜੋ ਹੈ, ਠੀਕ ਹੈ, ਲੋਕਾਂ ਦੀ ਜਵਾਨੀ ਹੁੰਦੀਆਂ ਨੇ, ਉਹ ਵੀ ਤੁਹਾਨੂੰ ਦੱਸੂਗਾ। ਜਨੇਂਦਰ ਕੁਮਾਰ ਦੀ ਇਹਨਾਂ ਦੀ ਕਹਾਣੀਆਂ ਵੀ ਤੁਹਾਨੂੰ ਪੁੱਛ ਸਕਦੇ ਜੀ। ਇਸ ਤੋਂ ਬਾਅਦ ਮੰਨੂ ਭੰਡਾਰੀ ਅਤੇ ਕ੍ਰਿਸ਼ਨਾ ਸੋਭਤੀ, ਸੁਦਰਸ਼ਨ ਦੀਆਂ ਅਤੇ ਕਮਲੇਸ਼ਵਰ ਜਸਪਾਲ। ਤਾਂ ਕਮਲੇਸ਼ਵਰ ਦੀਆਂ ਥੋੜ੍ਹੀਆਂ ਜਿਹੀਆਂ ਮਤਲਬ ਕਹਾਣੀਆਂ ਲੱਭਣ ਦੇ ਵਿੱਚ ਮੈਨੂੰ ਇੱਕ ਵਾਰੀ ਜ਼ਰੂਰ ਥੋੜ੍ਹੀ ਜਿਹੀ ਦਿੱਕਤ ਆਈ, ਬਟ ਮੈਂ ਲੱਭ ਲਈਆਂ ਸੀ ਜੀ ਸਾਰੀਆਂ, ਠੀਕ ਹੈ, ਜਿੰਨੀਆਂ ਫੇਮਸ ਸੀਗੀਆਂ। ਪਰ ਮੈਂ ਜਿੰਨੀ ਇਹ ਤਿਆਰੀ ਕਰੀ ਸੀ ਰਾਜੇ ਮਾਸਟਰ ਕੇਡਰ ਦੀ, ਮੈਂ ਤੁਹਾਨੂੰ ਦੱਸ ਦੇਵਾਂ ਜੀ। ਤਾਂ ਜਿੰਨਾ ਮੈਂ ਮਤਲਬ ਕਿ ਆਪਣੇ ਨੋਟਸ ਬਣਾਏ ਸੀ ਉਹਦੇ ਵਿੱਚ ਵੀ ਸਾਰਾ ਪੇਪਰ ਆ ਗਿਆ ਸੀਗਾ, ਠੀਕ ਹੈ ਜੀ, ਕਿਉਂਕਿ ਕਾਫੀ ਡੀਪਲੀ ਮੈंने ਨੋਟਸ ਤਿਆਰ ਕਰੇ ਹੋਇਆ। ਮਤਲਬ ਇਹ ਨਹੀਂ ਹੈਗਾ ਵੀ ਇੱਕ ਬੁੱਕਸ ਤੋਂ ਲੈ ਕੇ ਜਾਂ ਮਤਲਬ ਸੀਮਿਤ ਹੋ ਗਿਆ ਸੀ। ਮੈंने ਹੋਰ ਵੀ YouTube ਤੋਂ ਜਿੱਥੋਂ ਕਿਤੋਂ ਮੈਨੂੰ ਹੈਲਪ ਮਿਲੀ ਉੱਥੋਂ ਵੀ ਲੈਂਦਾ ਸੀ ਨੋਟਸ ਬਣਾਉਣ ਵਾਸਤੇ, ਅਤੇ ਬਹੁਤ ਸਾਰੀਆਂ ਬੁੱਕਸ ਵੀ ਉਹਦੇ ਵਿੱਚੋਂ ਮੈंने ਉਹਦੇ ਲਈ ਫੋਲੋ ਕਰੀਆਂ ਸੀ ਜੀ। ਉਹਦੇ ਅਕੋਰਡਿੰਗ ਮੈਂ ਨੋਟਸ ਤਿਆਰ ਕੀਤੇ ਹੋਏ ਆਪਣੇ ਹੈਂਡ ਰਿਟਨ। ਅੱਗੇ ਜੀ ਪ੍ਰਮੁੱਖ ਨਿਬੰਧਕਾਰ ਕਿਹੜੇ ਰਹੇ ਨੇ, ਇਹਨਾਂ ਵਿੱਚ ਜੀ ਰਾਮਚੰਦਰ ਸ਼ੁਕਲ, ਰਾਮ ਬ੍ਰਿਕਸ਼ ਬੇਨੀਪੁਰੀ, ਇਹ ਪ੍ਰਸਿੱਧ ਨਿਬੰਧਕਾਰ ਨੇ, ਇਹਦੇ ਨਿਬੰਧ ਨੇ। ਰਾਮ ਬ੍ਰਿਕਸ਼ ਬੇਨੀਪੁਰੀ ਜੀ ਦੇ ਨਿਬੰਧ ਨੇ ਜਿਹੜੇ, ਉਹ ਵੀ ਕਾਫੀ ਘੱਟ ਮਾਤਰਾ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ, ਕਈ ਬੱਚਿਆਂ ਨੂੰ ਮਿਲਦੇ ਵੀ ਨਹੀਂ ਹੁੰਦੇ ਛੇਤੀ। ਅੱਗੇ ਜੀ ਬਾਬੂ ਗੁਲਾਬ ਰਾਏ, ਠੀਕ ਹੈ ਜੀ, ਬਾਬੂ ਗੁਲਾਬ ਰਾਏ ਹਜ਼ਾਰੀ ਪ੍ਰਸਾਦ द्विवेदी ਜੀ, ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਜੀ, ਹਜ਼ਾਰੀ ਪ੍ਰਸਾਦ द्विवेदी, ਰਾਮਚੰਦਰ ਸ਼ੁਕਲ, ਇਹ ਤਾਂ ਫੇਮਸ ਨਾਮ ਨੇ ਜੀ। ਇਹਨਾਂ ਦੇ ਉੱਪਰ ਹੀ ਜਿਹੜਾ ਹਿੰਦੀ ਸਾਹਿਤ ਆ ਸਾਰਾ ਇਹਨਾਂ ਦੇ ਉੱਪਰ ਹੀ ਇਹ ਕਹਿ ਸਕਦੇ ਵੀ ਡਿਪੈਂਡ ਆ, ਕਿ ਇਹਨਾਂ ਨੇ ਹੀ ਲਿਖਿਆ ਸਾਰਾ ਕੁਛ ਉਹਦੇ ਉੱਪਰ। ਤਾਂ ਇਹਨਾਂ ਨੂੰ ਮਤਲਬ ਕਿ ਸਰਵ ਪ੍ਰਮਾਣਿਕ ਵੀ ਮੰਨਿਆ ਜਾਂਦਾ ਇਹਨਾਂ ਦੇ, ਰਾਮਚੰਦਰ ਸ਼ੁਕਲ ਦੇ ਸਾਹਿਤ ਨੂੰ ਅਤੇ ਹਜ਼ਾਰੀ ਪ੍ਰਸਾਦ द्विवेदी ਨੂੰ। ਦੋਨਾਂ ਦੀ ਟੱਕਰ ਵੀ ਸੀ ਇੱਕ ਤਰ੍ਹਾਂ, ਦੋਨਾਂ ਦੀ, ਰਾਮਚੰਦਰ ਸ਼ੁਕਲ ਅਤੇ ਹਜ਼ਾਰੀ ਪ੍ਰਸਾਦ द्विवेदी ਜੀ ਦੀ ਇੱਕ ਤਰ੍ਹਾਂ ਟੱਕਰ ਵੀ ਆਪਾਂ ਇਹ ਕਹਿ ਸਕਦੇ ਵੀ ਇਹਨਾਂ ਨੇ ਜੋ ਲਿਖਿਆ ਸੀ ਕਿਤੇ ਨਾ ਕਿਤੇ ਇਹਨਾਂ ਦਾ ਟਕਰਾਵ ਵੀ ਜਿਹੜਾ ਕੁਛ ਗੱਲਾਂ ਦੇ ਵਿੱਚ ਰਿਹਾ, ਵੀ ਮਤਲਬ ਕੁਛ ਕੁ ਗੱਲਾਂ ਨੂੰ ਇਹ ਸਹੀ ਮੰਨਦੇ ਸੀ, ਕੁਛ ਨੂੰ ਇਹ ਨਹੀਂ ਵੀ ਮੰਨਦੇ ਸੀ। ਜਿਵੇਂ ਜੋ ਹੈ ਰਾਮਚੰਦਰ ਸ਼ੁਕਲ ਜੀ ਨੇ ਸੰਤ ਕਬੀਰ ਜੀ ਨੂੰ ਮਤਲਬ ਕਿ ਉਹਨਾਂ ਬਾਰੇ ਘੱਟ ਲਿਖਿਆ ਸੀਗਾ, ਅਤੇ ਇਹਨਾਂ ਨੇ ਜੋ ਤੁਲਸੀਦਾਸ ਜੀ ਸੀ ਉਹਨਾਂ ਦੇ ਬਾਰੇ ਜ਼ਿਆਦਾ ਲਿਖਿਆ ਸੀਗਾ, ਹੈ ਨਾ। ਮਹਾਦੇਵੀ ਵਰਮਾ ਜੀ, ਠੀਕ ਹੈ ਜੀ, ਇਹਨਾਂ ਬਾਰੇ ਵੀ ਆਪਾਂ ਪੜ੍ਹਾਂਗੇ ਜੀ, ਇਹਨਾਂ ਦੀ ਕਹਾਣੀਆਂ ਬਾਰੇ ਨਿਬੰਧਾਂ ਬਾਰੇ। ਮੁਕਤੀਬੋਧ ਬਾਰੇ ਪੁੱਛਿਆ ਗਿਆ ਸੀ ਇਸ ਵਾਰ ਜੀ, ਹਰੀਸ਼ੰਕਰ ਪਰਛਾਈ, ਠੀਕ ਹੈ ਜੀ। ਬਾਬੂ ਗੁਲਾਬ ਰਾਏ ਜੀ ਦਾ ਵੀ ਨਿਬੰਧ ਪੁੱਛਿਆ ਗਿਆ ਸੀ ਇਸ ਵਾਰ, ਠੀਕ ਹੈ। ਅੱਗੇ ਗੱਲ ਕਰਦੇ ਆ ਪ੍ਰਮੁੱਖ ਨਾਟਕਕਾਰ ਕਿਹੜੇ ਨੇ। ਭਾਰਤੇਂਦੂ ਹਰੀਸ਼ਚੰਦਰ, ਇਹ ਪ੍ਰਮੁੱਖ ਇਹਨਾਂ ਦੇ ਨਾਟਕ ਵੀ ਆਪਾਂ ਕਰਾਂਗੇ ਜੀ, ਵੀ ਇਹਨਾਂ ਨੇ ਕਈ ਨਾਟਕਾਂ ਦਾ ਅਨੁਵਾਦ ਵੀ ਕਰਿਆ ਗਾ, ਠੀਕ ਹੈ, ਅਤੇ ਕਈ ਨਾਟਕ ਇਹਨਾਂ ਨੇ ਜੋ ਇਹਨਾਂ ਦੇ ਮੌਲਿਕ ਨਾਟਕ ਵੀ ਨੇ ਅਤੇ ਕਈਆਂ ਦਾ ਅਨੁਵਾਦ ਵੀ ਕਰਿਆ। ਕਿਹੜਿਆਂ ਦਾ ਅਨੁਵਾਦ ਕਰਿਆ ਉਹ ਵੀ ਦੱਸੂਗਾ। ਅੱਗੇ ਜੀ ਜੈ ਸ਼ੰਕਰ ਪ੍ਰਸਾਦ, ਇਹਨਾਂ ਦੇ ਨਾਟਕ ਮੋਹਨ ਰਾਕੇਸ਼ ਦੇ ਕਾਫੀ ਫੇਮਸ ਨਾਮ ਹੈ ਮੋਹਨ ਰਾਕੇਸ਼। ਨਾਟਕਕਾਰਾਂ ਦੇ ਵਿੱਚ ਜਗਦੀਸ਼ ਚੰਦਰ, ਠੀਕ ਹੈ, ਜਗਦੀਸ਼ ਚੰਦਰ ਜੀ, ਇਹਨਾਂ ਦੇ ਵੀ ਫੇਮਸ ਨਾਟਕ ਰਹੇ। ਵਿਸ਼ਨੂੰ ਪ੍ਰਭਾਕਰ, ਇਹਨਾਂ ਦਾ ਆਇਆ ਹੋਇਆ ਸੀ ਜਗਦੀਸ਼ ਚੰਦਰ ਮਾਥੁਰ ਜੀ ਦਾ ਜੋ ਹੈ, ਇਹ ਵੀ ਮਾਸਟਰ ਕੇਡਰ 'ਚ ਇਹਨਾਂ ਦਾ ਕੁਐਸਚਨ ਆਇਆ ਹੋਇਆ ਸੀ। ਕੋਣਾਰਕ ਮੰਦਰ ਤੁਸੀਂ ਜਿਹੜਾ ਸੁਣਿਆ ਹੋਇਆ ਉਸਦੇ ਉੱਪਰ ਆਇਆ ਸੀ ਵੀ ਕੋਣਾਰਕ ਮੰਦਰ ਆ ਜਿਹੜਾ ਉਹ ਕਿੱਥੇ ਹੈਗਾ, ਜਿਹਦੇ ਦਾ ਇਹਨਾਂ ਨੇ ਜ਼ਿਕਰ ਕਰਿਆ, ਠੀਕ ਹੈ ਜੀ। ਅੱਗੇ ਜੀ ਉਪੇਂਦਰ ਨਾਥ ਅਸ਼ਕ, ਇਹਨਾਂ ਦੇ ਵੀ ਆਪਾਂ ਜਿਹੜੇ ਨਾਟਕ ਕਰਨੇ ਜੀ। ਅੱਗੇ ਗੱਲ ਕਰਦੇ ਹਾਂ ਸਮੀਖਿਆ ਸਿਧਾਂਤ, ਕਾਵਿ ਕੀ ਪਰਿਭਾਸ਼ਾ, ਠੀਕ ਹੈ ਜੀ, ਵੀ ਕਾਵਿ ਕੀ ਇਹਦੀ ਪਰਿਭਾਸ਼ਾ। ਕਾਵਿ ਕਿਹੜੇ ਕਿਹੜੇ ਹੁਣ ਇਹਦੇ ਵਿੱਚ, ਇਹਦੇ ਭੇਦ ਵੀ ਦੱਸਣੇ। ਦੇਖੋ ਜੀ ਮਹਾਕਾਵਿ ਹੁੰਦਾ, ਖੰਡ ਕਾਵਿ ਹੁੰਦਾ। ਮਹਾਕਾਵਿ ਕੀ ਚੀਜ਼ ਆ, ਖੰਡ ਕਾਵਿ ਕੀ ਚੀਜ਼ ਆ। ਇਹਦੇ ਵਿੱਚ ਵੀ 3704 ਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਸੀਗਾ ਜੀ,
ਮਹਾਕਾਵਿ ਤੇ ਖੰਡ ਕਾਵਿ ਦੇ ਵਿੱਚੋਂ। ਅੱਗੇ ਜੀ ਗੀਤੀ ਕਾਵਿ ਕੀ ਚੀਜ਼ ਆ, ਦੇਖੋ ਕਈ ਵਾਰੀ ਤਾਂ ਨਾ ਉਹ ਮਹਾਕਾਵਿ ਪੁੱਛ ਲੈਂਦੇ ਵੀ ਕਿਹੜੀ ਮਤਲਬ ਅੰਗਰੇਜ਼ੀ ਦੇ ਵਿੱਚ ਇਸ ਨੂੰ ਕੀ ਹੈ, ਉਹ ਸਾਰੀ ਚੀਜ਼ਾਂ ਆਪਾਂ ਕਰਾਂਗੇ ਡਿਟੇਲ ਦੇ ਵਿੱਚ। ਗੀਤੀ ਕਾਵਿ ਹੋ ਗਏ ਜੀ, ਇਹਦੀਆਂ ਵਿਸ਼ੇਸ਼ਤਾਵਾਂ ਵੀ ਦੱਸਣੀ। ਅੱਗੇ ਗਦ ਕਾਵਿ, ਹੁਣ ਗਦ ਵਿਧਾएं। ਗਦ ਵਿਧਾएं ਦੇ ਵਿੱਚ ਨਿਬੰਧ, ਸੰਸਮਰਨ, ਜੀਵਨੀ, ਆਤਮ ਕਥਾ ਕੇ ਸਵਰੂਪ ਤੇ ਤੱਤ। ਪਹਿਲਾਂ ਪਏ ਸੀ ਵੀ ਨਿਬੰਧ ਨੇ ਜਿਹੜੇ, ਠੀਕ ਹੈ, ਉਹਦੇ ਤੱਤਾਂ ਬਾਰੇ ਵੀ ਸੀਗਾ ਆਪਾਂ ਨੂੰ, ਤੇ ਮਤਲਬ ਕਿ ਕਿਹਨੇ ਕਿਹੜਾ ਨਿਬੰਧ ਲਿਖਿਆ ਹੈ ਨਾ, ਤਾਂ ਆਪਾਂ ਨੂੰ ਨਿਬੰਧ ਸਾਰੇ ਸੀ। ਸੰਸਮਰਨ, ਹੁਣ ਇਹਦੇ ਵਿੱਚ ਆਪਾਂ ਇਹ ਵੀ ਦੇਖਣਾ ਵੀ ਇਹਨਾਂ ਦੇ ਸਵਰੂਪ ਕਿਹਾ ਜਾ ਤੇ ਇਹਨਾਂ ਦੇ ਤੱਤਵ ਕਹੇ ਜੀ, ਇਹ ਵੀ ਆਪਾਂ ਪੜ੍ਹਾਂਗੇ। ਇਹਨਾਂ ਦਾ ਸਮਾਨਯ ਪਰਿਚੈ ਪੁੱਛਿਆ ਜਾ ਸਕਦਾ ਐਗਜ਼ਾਮ ਦੇ ਵਿੱਚ। ਅੱਗੇ ਉਪਨਿਆਸ ਕੀ ਪਰਿਭਾਸ਼ਾ, तत्व और वर्गीकरण, ਇਹਦੇ ਵਿੱਚ भी क्वेश्चन आना ਹੁੰਦਾ जी, ये पूछ लेते हैं भी इनमें से उपन्यास का कौन सा तत्व है या नहीं है, ठीक है। कहानी की परिभाषा, इसके तत्व और वर्गीकरण, समीक्षा सिद्धांत, केवल नाटक और एकांकी। नाटक ਦੇ ਵਿੱਚੋਂ ਪੁੱਛਿਆ ਗਿਆ ਸੀ ਜਿਸ ਵਾਰ ਵੀ ਇਹਨਾਂ ਵਿੱਚੋਂ ਕਿਹੜਾ ਨਾਟਕ ਦਾ ਅੰਗ ਹੈ, ਠੀਕ ਹੈ ਜੀ। ਤਾਂ ਅੱਗੇ ਇਹਦੀ ਪਰਿਭਾਸ਼ਾ, ਤੱਤਵ ਔਰ ਵਰਗੀਕਰਨ ਦੀ ਆਪਾਂ ਗੱਲ ਕਰਾਂਗੇ। ਅੱਗੇ ਆ ਗਈ ਜੀ ਸਾਹਿਤ ਹੋਗਾ ਕੰਪਲੀਟ। ਇਸ ਤੋਂ ਬਾਅਦ ਆ ਵਿਆਕਰਨ। ਵਿਆਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਕਨਫਿਊਜ਼ਨ ਹੁੰਦੀ ਹੈ ਜੀ ਹਿੰਦੀ ਦੇ ਵਿੱਚ। ਦੇਖੋ ਜੀ ਬੱਚੇ ਅੰਗਰੇਜ਼ੀ, ਪੰਜਾਬੀ ਇਹਨਾਂ ਦੀ ਵਿਆਕਰਨ ਤੋਂ, ਇਹਨਾਂ ਗ੍ਰਾਮਰ ਤੋਂ ਡਰਦੇ ਨਹੀਂ ਜਿੰਨੀ ਹਿੰਦੀ ਤੋਂ ਡਰਦੇ, ਕਿਉਂਕਿ ਉਹਦੇ ਵਿੱਚ ਇਸ ਤਰ੍ਹਾਂ ਪਤਾ ਹੀ ਨਹੀਂ ਕਿਸ ਤਰ੍ਹਾਂ ਦਾ ਜਿਹੜਾ ਸ਼ਬਦ ਪਾ ਦਿੱਤਾ ਜਾਂਦਾ। ਪਰ ਤੁਹਾਨੂੰ ਇਹ ਵੀ ਜਿਹੜਾ ਇੱਕ ਸੌਖੇ ਤਰੀਕੇ ਨਾਲ ਸਮਝਾਈਆਂ ਜਾਣੀਆਂ ਗੱਲਾਂ, ਠੀਕ ਹੈ ਜੀ। ਦੇਖੋ ਜੀ ਭਾਸ਼ਾ ਔਰ ਲਿਪੀ, ਇਹਦੇ ਬਾਰੇ ਗੱਲ ਕਰਾਂਗੇ। ਭਾਸ਼ਾ ਔਰ ਲਿਪੀ ਕੀ ਚੀਜ਼ ਹੈ, ਵਰਨ ਵਿਚਾਰ ਕਰਾਂਗੇ ਜੀ, ਸ਼ਬਦ ਵਿਚਾਰ, ਸ਼ਬਦਾਂ ਦੇ ਭੇਦ ਕਰਾਂਗੇ। ਇਹ ਵਰਨ ਵਿਚਾਰ ਦੇ ਵਿੱਚ ਪੂਰੀ ਵਰਨਮਾਲਾ ਆਊਗੀ ਜੀ, ਵੀ ਜਿਹੜੇ ਕੰਠੀ ਕਿਹੜੇ ਆ, ਹੈ ਨਾ, ਤਾਲਵੀ ਕਿਹੜੇ ਆ, ਦੰਤੀ ਕਿਹੜੇ ਆ, ਉਹ ਸਾਰੇ ਆਪਾਂ ਕਰਾਂਗੇ। ਅੱਗੇ ਜੀ ਪਦ ਵਿਚਾਰ। ਠੀਕ ਹੈ, ਪਦ ਵਿਚਾਰ ਕੀ ਹੁੰਦਾ ਹੈ, ਕਈ ਬੱਚਿਆਂ ਨੂੰ ਥੋੜ੍ਹਾ ਦਿੱਕਤ ਹੁੰਦੀ ਜੀ, ਸ਼ਬਦ ਹੈ ਜਿਹੜਾ ਕਿਸੇ ਵਾਕ ਦੇ ਵਿੱਚ ਪ੍ਰਯੋਗ ਕਰ ਲਿਆ ਜਾਂਦਾ ਉਹ ਬਣ ਜਾਂਦਾ ਪਦ। ਇਸ ਤੋਂ ਬਾਅਦ ਵਾਕੇ ਵਿਚਾਰ, ਵਾਕਾਂ ਦੇ ਭੇਦ, ਸੰਯੁਕਤ ਵਾਕ ਕਿਹੜਾ, ਹੈ ਨਾ, ਉਹ ਸਾਰੇ ਸਧਾਰਨ ਸਰਲ ਵਾਕਿਆ ਜਿਹਨੂੰ ਕਹਿੰਦੇ ਹਨ, ਸਰਲ ਵਾਕਿਆ ਹੋ ਗਿਆ, ਮਿਸ਼ਰਿਤ ਵਾਕਿਆ ਹੋ ਗਿਆ, ਹੈ ਨਾ, ਉਹ ਸਾਰੇ ਸੰਯੁਕਤ ਵਾਕਿਆ ਹੋ ਗਿਆ, ਉਹ ਸਾਰੇ ਕਰਾਂਗੇ ਜੀ। ਅੱਗੇ ਵਿਵਹਾਰਿਕ ਵਿਆਕਰਨ, ਜਿਹਦੇ ਵਿੱਚ ਭਾਵਵਾਚਕ ਸੰਗਿਆ, ਇਹਦਾ ਨਿਰਮਾਣ ਵਿਧੀ ਭਾਵਵਾਚਕ ਸੰਗਿਆ ਕਰਨੀ ਸੀ ਜੀ। ਜਿਵੇਂ ਸੱਚਾ, ਠੀਕ ਹੈ ਜੀ, ਸੱਚਾ ਇਹ ਵਿਸ਼ੇਸ਼ਣ ਹੈ, ਇਹਦੀ ਭਾਵਵਾਚਕ ਸੰਗਿਆ ਕੀ ਹੋ ਗਈ ਜੀ, ਸੱਚਾਈ, ਹੈ ਨਾ, ਪੰਜਾਬੀ ਦੇ ਵਿੱਚ ਜਿਵੇਂ ਆਪਾਂ ਕਹੀਏ, ਠੀਕ ਹੈ ਜੀ। ਇਸ ਤਰ੍ਹਾਂ ਇਹ ਹੁੰਦਾ ਜੀ, ਠੀਕ ਹੈ ਜੀ। ਇਹ ਤੁਹਾਨੂੰ ਸਾਰੇ ਮੈਂ ਤਾਂ ਪੰਜਾਬੀ 'ਚ ਦੱਸ ਰਿਹਾ ਵੀ ਬੱਚਿਆਂ ਨੂੰ ਜਿਹੜਾ ਸਿਲੇਬਸ ਔਖਾ ਨਾ ਲੱਗੇ, ਵੀ ਬੱਚੇ ਇਹ ਨਾ ਸਮਝਣ ਵੀ ਸਿਲੇਬਸ ਆ ਜਿਹੜਾ ਸਾਨੂੰ ਬਹੁਤ ਔਖਾ ਲੱਗ ਰਿਹਾ ਜੀ। ਹਿੰਦੀ ਦੇ ਵਿੱਚ ਕਈ ਵਾਰੀ ਵਰਡਿੰਗ ਇਸ ਤਰ੍ਹਾਂ ਦੀ ਹੋ ਜਾਂਦੀ ਹੈ, ਬੱਚੇ ਨੂੰ ਉਹ ਜਿਹੜੀ ਆਪਾਂ ਕਹਿ ਸਕਦੇ ਭਾਸ਼ਾ ਜਿਹੜੀ ਉਹ ਔਖੀ ਲੱਗਣ ਲੱਗ ਜਾਂਦੀ ਹੈ। ਵੀ ਇੱਕ ਵਾਰੀ ਤੁਹਾਨੂੰ ਸਮਝਾਊਂਗਾ ਸਾਰਾ ਪੰਜਾਬੀ ਦੀ ਵੀ ਸਿਲੇਬਸ, ਪਰ ਕਰਵਾਊਂਗਾ ਸਾਰਾ ਰਾਜੀ ਮੈਂ ਜਿੰਨਾ ਵੀ ਚੀਜ਼ ਆ ਉਹ ਹਿੰਦੀ ਦੇ ਵਿੱਚ ਹੀ ਕਰਾਂਗਾ ਸ਼ੁਰੂ। ਅੱਗੇ ਜੀ ਵਿਸ਼ੇਸ਼ਣ ਨਿਰਮਾਣ, ਵਿਸ਼ੇਸ਼ਣ ਬਣਾਉਣੇ, ਠੀਕ ਹੈ ਜੀ। ਇਹ ਕਿਸੇ ਤੋਂ ਵੀ ਹੋ ਸਕਦਾ ਹੈ, ਸੰਗਿਆ ਤੋਂ ਵੀ ਹੋ ਸਕਦਾ, ਭਾਵਵਾਚਕ ਤੋਂ ਵੀ। ਵਿਪਰੀਤਾਰਥਕ ਸ਼ਬਦ ਹੋ ਗਏ ਜੀ, ਸਮਾਨਾਰਥਕ ਸ਼ਬਦ ਹੋ ਗਏ, ਇੱਕੋ ਜਿਹੇ ਸ਼ਬਦ ਹੁੰਦੇ ਆ ਜਿਹੜੇ, ਠੀਕ ਹੈ ਜੀ। ਸਮਾਨਾਰਥਕ ਸ਼ਬਦ ਤੁਸੀਂ ਸਮਝਦੇ ਵੀ ਜਿਵੇਂ ਆਂਖ ਹੈ ਜੀ, ਆਂਖ ਨੂੰ ਹੋਰ ਕੀ ਕਹਿ ਦਿੰਦੇ ਹਨ, ਠੀਕ ਹੈ ਜੀ। ਜਿਸ ਤਰ੍ਹਾਂ ਆਪਾਂ ਇਹ ਕਹਿ ਵੀ ਜਿਹੜੇ ਸਮਾਨਾਰਥਕ ਨੇ ਉਹਨਾਂ ਨੂੰ ਆਪਾਂ ਇਹ ਕਹਿ ਪਰਾਇਵਾਚੀ, ਜਿਵੇਂ ਆਂਖ ਨੂੰ ਆਪਾਂ ਨੇਤਰ ਵੀ ਕਹਿ ਦਿੰਦੇ ਜੀ, ਹੈ ਨਾ, ਨੈਣ ਕਹਿ ਦਿੰਦੇ ਜੀ, ਲੋਚਨ ਕਹਿ ਦਿੰਦੇ, ਇਸ ਤਰ੍ਹਾਂ ਦੇ, ਹੈ ਨਾ। ਇਹ ਹੋ ਗਈ ਜੀ ਸਮਾਨਾਰਥਕ ਸ਼ਬਦ ਹੁੰਦੇ। ਅੱਗੇ ਜੀ ਸਮਰੂਪੀ ਵਿਭਿੰਨਾਰਥਕ, ਵੀ ਦੇਖਣ ਦੇ ਵਿੱਚ ਇੱਕੋ ਜਿਹੇ ਲੱਗਦੇ ਆ ਜੀ, ਪਰ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ। ਉਹ ਵਾਲੇ ਸ਼ਬਦ ਆ ਵੀ ਦੇਖਣ ਨੂੰ ਜਾਂ ਬੋਲਣ ਨੂੰ ਇੱਕੋ ਜਿਹੇ ਲੱਗਦੇ ਹੁੰਦੇ ਆ, ਪਰ ਉਹਨਾਂ ਦੇ ਵਿੱਚ ਕੀ ਹੁੰਦਾ ਜੀ, ਫਰਕ ਹੁੰਦਾ ਹੈ। ਅੱਗੇ ਗੱਲ ਕਰਦੇ ਆ ਜੀ वाक्यांश के लिए एक शब्द, ठीक है जी। भी एक शब्द जिमें आप कहने जो भगवान को ना माने, ठीक है, नास्तिक होंगे, जो भगवान को माने आस्तिक। ਤੇ ਅਨੇਕਾਰਥਕ ਸ਼ਬਦ, ਅਨੇਕਾਰਥਕ ਸ਼ਬਦ ਕਿਹੜੇ ਹੁੰਦੇ ਆ ਵੀ ਜਿਨ੍ਹਾਂ ਦੇ ਇੱਕ ਤੋਂ ਜ਼ਿਆਦਾ ਅਰਥ ਹੁੰਦੇ ਆ ਪਰ ਉਹਨਾਂ ਦਾ ਅਰਥ ਇੱਕ ਦੂਜੇ ਨਾਲ ਨਾ ਮਿਲਦਾ ਹੋਵੇ। ਜਿਵੇਂ ਉੱਤਰ ਹੈ ਜੀ, ਹੈ ਨਾ, ਇਹ ਉੱਤਰ ਸ਼ਬਦ ਹੈ ਜੀ। ਉੱਤਰ ਦਾ ਮਤਲਬ ਦਿਸ਼ਾ, ਹੈ ਨਾ, ਉੱਤਰ ਦਿਸ਼ਾ ਵੀ ਹੋਗੀ ਜੀ। ਉੱਤਰ ਕਿਸੇ ਚੀਜ਼ ਦਾ ਜਵਾਬ ਦੇਣਾ ਵੀ ਹੋ ਗਿਆ, ਹੈ ਨਾ। ਇਹ ਵਾਲੀਆਂ ਚੀਜ਼ਾਂ ਇਹ ਹੁੰਦੇ ਆ ਜੀ ਅਨੇਕਾਰਥਕ ਸ਼ਬਦ। आगे देवनागरी लिपि। देखो जी देवनागरी लिपि ਦੇ ਵਿੱਚੋਂ ਵੀ ਹਰ ਵਾਰ ਕੁਐਸਚਨ ਨੂੰ ਪੁੱਛ ਲੈਂਦੇ ਵੀ ਇਹਦੇ ਵਿੱਚ ਕਿਹੜੇ ਵਿਅਕਤੀ ਨੇ ਕੀ ਸੁਧਾਰ ਕੀਤੇ ਸੀ ਜਾਂ ਸੁਝਾਅ ਦਿੱਤਾ ਸੀ ਇਹਦੇ ਵਾਸਤੇ। ਕਹਿੰਦੇ ਇਹਦੇ ਦੇਵਨਾਗਰੀ ਲਿਪੀ ਦੀ ਕਿੱਥੋਂ ਉਦਭਵ ਹੋਇਆ, ਇਹਦਾ ਵਿਕਾਸ ਕਿਸ ਤਰ੍ਹਾਂ ਹੋਇਆ, ਇਹਦੇ ਦੋਸ਼ ਕੀ ਨੇ ਜੀ, ਇਹਦੇ ਦੋਸ਼ਾਂ ਦੇ ਵਿੱਚ ਸੁਧਾਰ ਤੇ ਵਾਸਤੇ ਕੀ ਕੀਤਾ ਗਿਆ, ਹੈ ਨਾ, ਉਹ ਸਾਰੀਆਂ ਚੀਜ਼ਾਂ ਹੋ ਜਾਣੀਆਂ। ਕੀ ਪ੍ਰयास ਕੀਤੇ ਗਏ ਦੇ मतलब कि दोषों के निवारण वास्ते। देवनागरी लिपि का मानक रूप तथा हिंदी वर्तनी का मानकीकरण। हुण इत्थे बच्चों को ये नहीं पता लगदा भी इहदा मतलब की है। ਇਹਦਾ ਇਹ ਹੁੰਦਾ ਜੀ, ਦੇਖੋ ਤੁਹਾਨੂੰ ਕਈ ਵਾਰੀ ਐਗਜ਼ਾਮੀਨਰ ਇਹੀ ਕਹਿੰਦੇ ਜਿਹੜੇ ਅੰਕ ਨੇ ਨਾ, ਜਿਵੇਂ 1 2 3, ਹੈ ਨਾ, 1 2 3, ਇਹਨਾਂ ਨੂੰ ਹਿੰਦੀ ਦੇ ਵਿੱਚ ਲਿਖਣ ਦੇ ਲਈ ਕਹੂਗਾ। ਕਈ ਬੱਚੇ ਦੇਖੋ ਇਹ ਚੀਜ਼ ਨੂੰ ਸਿੰਪਲ ਸਮਝਦੇ ਆ, ਬਟ ਇਹ ਹੁੰਦੇ ਸਿੰਪਲ ਨਹੀਂ ਹੈਗੇ, ਠੀਕ ਹੈ ਜੀ। ਇਹ ਹੁੰਦੇ ਸਿੰਪਲ ਨਹੀਂ ਹੈਗੇ, ਇਹ 100 ਦੇ 100 ਤੁਹਾਨੂੰ ਪਹਿਲੇ ਜਿਹੜੇ ਨੇਗੇ ਸਾਰੇ ਇਹਦੇ ਵਿੱਚੋਂ ਜਿਹੜਾ 3704 ਤੋਂ ਪਹਿਲਾਂ ਪੇਪਰ ਹੋਇਆ ਸੀਗਾ ਮਾਸਟਰ ਕੇਡਰ ਦਾ, ਉਹਦੇ ਵਿੱਚ ਇਹ ਅੰਕ ਪੁੱਛੇ ਗਏ ਸੀਗੇ ਜੀ ਵੀ ਕਿਹੜੇ ਹਿੰਦੀ ਵਿੱਚ ਇਹਨੂੰ ਕਿਵੇਂ ਲਿਖਣਾ, ਠੀਕ ਹੈ ਜੀ।
वो वाले। हाँ जी, जिमें भी 49 कैसे लिखा जाएगा है ना, 50 कैसे ਲਿਖਿਆ ਜਾਏ, ਇਸ ਤਰ੍ਹਾਂ 100 ਦੇ 100 ਤੁਹਾਨੂੰ ਕਰਵਾਉਂਗਾ ਉਹ। ਇਸ ਤੋਂ ਬਾਅਦ ਆ ਕਿ ਹਿੰਦੀ ਵਰਤਣੀ, ਕਈ ਵਾਰੀ ਹਿੰਦੀ ਵਰਤਣੀ ਪੁੱਛ ਲੈਂਦੇ ਵੀ ਕਿਵੇਂ ਸਹੀ ਆਊਗੀ, ਠੀਕ ਹੈ ਜੀ। ਜਿਸ ਤਰ੍ਹਾਂ ਪੇਪਰ ਦੇ ਵਿੱਚ ਇਹ ਪੁੱਛਿਆ ਹੋਇਆ ਸੀ ਇੱਕ 'ਚ ਵੀ ਸੰਬੰਧ ਇਹਦੇ 'ਚੋਂ ਇਹ ਸਹੀ ਆ ਜਾਂ ਇਹ ਸਹੀ ਹੈ ਜੀ, ਇਸ ਤਰ੍ਹਾਂ ਦਾ ਵੀ ਪੁੱਛਿਆ ਜਾਂਦਾ ਗਾ। ਤਾਂ ਹੁਣ ਇੱਥੇ ਬੱਚਿਆਂ ਨੂੰ ਇਹ ਸੀ ਵੀ ਇਹਦੇ 'ਚ ਕਿਹੜਾ ਸੀ, ਆਪਾਂ ਲਿਖਦੇ ਤਾਂ ਦੋਨੇ ਰੂਪ ਦੇ ਵਿੱਚ ਹਾਂ, ਪਰ ਇਹ ਜਿਹੜਾ ਅੱਜ ਕੱਲ੍ਹ ਜਿਹੜਾ ਸਹੀ ਰੂਪ ਮੰਨਿਆ ਜਾਂਦਾ ਇਹ ਵਾਲਾ ਮੰਨਿਆ ਜਾਂਦਾ। ਇਹ ਚੀਜ਼ਾਂ ਵੀ ਤੁਹਾਨੂੰ ਦੱਸੂਗਾ ਵੀ ਕਿਹੜੀ ਕਿਹੜੀ ਚੀਜ਼ਾਂ ਨੇ ਹਿੰਦੀ ਵਰਤਣੀ ਦੇ ਮਾਨਕੀਕਰਨ ਦੇ ਵਿੱਚ। ਅੱਗੇ ਆ ਮੁਹਾਵਰੇ ਔਰ ਲੋਕੋਕਤੀਆਂ, ਠੀਕ ਹੈ ਜੀ। ਇਹ ਵੀ ਤੁਹਾਨੂੰ ਕਰਨੇ ਪੈਣਗੇ ਕਿਉਂਕਿ ਮੁਹਾਵਰੇ ਤਾਂ ਸਿੰਪਲ ਚਲੋ ਠੀਕ ਹੈ ਵੀ ਆਪਾਂ ਕਰ ਲਿਆ, ਪਰ ਲੋਕੋਕਤੀ ਥੋੜ੍ਹੀ ਟਫ ਇਸ ਕਰਕੇ ਹੋ ਜਾਂਦੀ ਆ ਵੀ ਕਈ ਵਾਰੀ ਉਹ ਕਹਿੰਦਾ ਵੀ ਮਤਲਬ ਕਿ ਉਹਦੇ ਵਿੱਚ ਕੋਈ ਸ਼ਬਦ ਮਿਸ ਕਰ ਦਿੰਦਾ ਵੀ ਇਹਨੂੰ ਪੂਰਾ ਕਰੋ। ਅੱਗੇ ਹੈ ਜੀ ਪ੍ਰਮੁੱਖ ਪਰਿਭਾਸ਼ਿਕ ਸ਼ਬਦ ਅੰਗਰੇਜ਼ੀ ਸੇ ਹਿੰਦੀ, ਅੰਗਰੇਜ਼ੀ ਦੇ ਕੁਝ ਸ਼ਬਦ ਦਿੱਤੇ ਜਾਣਗੇ, ਉਹਨਾਂ ਨੂੰ ਅੰਗਰੇਜ਼ੀ ਦੇ ਸ਼ਬਦਾਂ ਨੂੰ ਹਿੰਦੀ ਦੇ ਵਿੱਚ ਤੁਸੀਂ ਟਰਾਂਸਲੇਟ ਕਰਨਾ। ਅੱਗੇ ਹੈ ਜੀ ਅਲੰਕਾਰ, ਕਿ ਅਲੰਕਾਰ ਦੇਖੋ ਇਹ ਜੇ ਸਿਰਫ ਇਕੱਲਾ ਅਲੰਕਾਰ ਲਿਖ ਦਿੰਦਾ ਵੀ ਅਲੰਕਾਰ ਕਰੋ ਤਾਂ ਤੁਹਾਨੂੰ ਜ਼ਿਆਦਾ ਦਿੱਕਤ ਹੋਣੀ ਸੀ, ਪਰ ਇਹਨੇ ਦੱਸਤਾ ਸਾਨੂੰ ਵੀ ਕਿਹੜੇ ਕਿਹੜੇ ਅਲੰਕਾਰ ਕਰਨੇ ਆ। ਤਾਂ ਇੱਕ ਆਸਾਨੀ ਗੱਲ ਇਹ ਆ, ਦੇਖੋ ਜੀ ਇਹਦੇ ਵਿੱਚ ਅਨੁਪਰਾਸ, ਯਮਕ, ਵਕਰੋਕਤੀ, ਉਪਮਾ, ਰੂਪਕ, ਅਤਿਸ਼ੋਕਤੀ, ਵਿਰੋਧਾਭਾਸ, ਉਤਪ੍ਰੇਖਸ਼ਾ, ਇਹ ਵਾਲੇ ਜਿਹੜੇ ਅਲੰਕਾਰ ਨੇ ਬਸ ਕਰਨੇ ਨੇ, ਜ਼ਿਆਦਾ ਨਹੀਂ, ਠੀਕ ਹੈ ਜੀ। ਅੱਗੇ ਆ ਜੀ ਇਸੇ ਤਰ੍ਹਾਂ ਛੰਦ, ਇਹਦੇ ਵਿੱਚ ਵੀ ਇਹਨਾਂ ਨੇ ਬਹੁਤ ਵਧੀਆ ਗੱਲ ਕਰੀ ਹੈ ਵੀ ਛੰਦ ਨੇ ਜਿਹੜੇ ਮੈਂਸ਼ਨ ਕਰਤੇ ਵੀ ਕਿਹੜੇ ਕਿਹੜੇ ਪੁੱਛੇ ਜਾ ਸਕਦੇ, ਠੀਕ ਹੈ ਜੀ। ਇਹਦੇ ਵਿੱਚ ਦੋਹਾ ਹੋ ਗਿਆ, ਜਿਵੇਂ ਸੋਰਠਾ ਹੋ ਗਿਆ, ਚੌਪਾਈ ਹੋ ਗਿਆ, ਸਵਈਆ ਹੋ ਗਿਆ, ਕਵਿੱਤ ਹੋ ਗਿਆ, ਕੁੰਡਲੀਆਂ ਹੋ ਗਿਆ, ਇਹ ਵਾਲੇ ਛੰਦ ਨੇ ਜਿਹੜੇ ਆਪਾਂ ਕਰਨੇ ਆ ਜੀ, ਠੀਕ ਹੈ ਜੀ। ਇੱਥੇ ਜੀ ਤੁਹਾਡਾ ਹਿੰਦੀ ਮਾਸਟਰ ਕੇਡਰ ਦਾ ਜਿਹੜਾ ਸਿਲੇਬਸ ਸੀਗਾ ਇਹ ਤੁਹਾਨੂੰ ਸਾਰਾ ਮੈਨੇ ਚੰਗੀ ਤਰ੍ਹਾਂ ਦੱਸਤਾ ਰੋ ਜੀ, ਠੀਕ ਹੈ ਜੀ। ਚੰਗੀ ਤਰ੍ਹਾਂ ਤੁਹਾਨੂੰ ਦੱਸਤਾ ਵੀ ਕੀ ਕੀ ਚੀਜ਼ਾਂ ਨੇ ਜਿਹੜੀਆਂ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਣਗੀਆਂ। ਇਸ ਤੋਂ ਬਾਅਦ ਦੇਖੋ ਜੀ ਜੇ ਮੈਂ ਪਹਿਲਾਂ ਹੀ ਤੁਹਾਨੂੰ ਇਹ ਸ਼ੁਰੂ ਕਰਵਾਉਂਦਾ ਵੀ ਚਲੋ ਕੋਈ ਗੱਲ ਨਹੀਂ ਵੀ ਆਪਾਂ ਇੱਥੋਂ ਸਟਾਰਟ ਕਰਦੇ, ਪਰ ਤੁਹਾਨੂੰ ਪਹਿਲਾਂ ਸਿਲੇਬਸ ਪਤਾ ਹੋਣਾ ਚਾਹੀਦਾ। ਤੁਸੀਂ ਸਿਲੇਬਸ ਜਿਹੜਾ ਵੀ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਰੱਖਣਾ, ਫਿਰ ਹੀ ਤੁਸੀਂ ਇਹ ਜਿਹੜੇ ਪੇਪਰ ਦੀ ਤਿਆਰੀ ਕਰ ਸਕੋਗੇ, ਠੀਕ ਹੈ ਸਟੂਡੈਂਟਸ। ਉਮੀਦ ਆ ਵੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ, ਤਾਂ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਸਟੂਡੈਂਟਸ, ਜਿਹੜੇ ਬੱਚੇ ਹਿੰਦੀ ਮਾਸਟਰ ਕੇਡਰ ਦੀ ਤਿਆਰੀ ਕਰਨਾ ਚਾਹੁੰਦੇ ਆ, ਅਤੇ ਵੀਡੀਓ ਨੂੰ ਲਾਈਕ ਕਰਨਾ, ਠੀਕ ਹੈ। ਅਤੇ ਸਾਡੇ WhatsApp ਗਰੁੱਪ ਦੇ ਵਿੱਚ ਜ਼ਰੂਰ ਐਡ ਹੋਣਾ ਜਿਹੜੇ ਬੱਚੇ ਨੇ ਵੀ ਹਿੰਦੀ ਮਾਸਟਰ ਕੇਡਰ ਦੀ ਤਿਆਰੀ ਕਰਨੀ ਹੈ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਟੂਡੈਂਟਸ, ਠੀਕ ਹੈ ਜੀ।